ਧੰਨ ਵਾਹਿਗੁਰੂ ਸਾਹਿਬ ਜੀ। ਨਮਸਕਾਰ ਗੁਰਦੇਵ ਕੋ। ਸਤਿਨਾਮ ਪੜ ਮੰਤਰ ਸੁਣਾਇਆ, ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ। ਸ਼੍ਰੀ ਨਾਨਕ ਪਰਸ਼ੋਤਮੰ ਪਰੰਪਰਾ ਵਰਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਤਰ ਕਰ ਹਾਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਦਸਾਂ ਪਾਤਸ਼ਾਹੀਆਂ ਜੀ ਦੇ ਜਾਗਤ ਜੋਤ ਪ੍ਰਤੱਖ ਸਵਰੂਪ ਸਤਿਗੁਰੂ ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ, ਸਰਬ ਕਾਲ ਸਤ, ਸਰਬ ਗੁਣ ਸੰਪੰਨ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਮਹਾਰਾਜ ਜੀ ਦਾ ਖਾਸ ਰੂਪ ਸਰੂਪ ਖਾਲਸਾ ਸਾਧ ਸੰਗਤ ਜੀਓ, ਬਹੁਤ ਸੁਭਾਗਸ਼ਾਲੀ ਹਾਂ ਜਿਨ੍ਹਾਂ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਘਨੇਰੀ ਬਖਸ਼ਿਸ਼ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਵਾਸਤੇ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉੱਪਰ ਸੁਸ਼ੋਭਿਤ ਗੁਰਦੁਆਰਾ ਸਾਹਿਬ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਖਾਲਸਾ ਜੀਓ, ਬਾ ਅਦਬ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਇਹ ਮਹਾਨ ਗੁਰਮਤਿ ਸਮਾਗਮ ਇਸ ਅਸਥਾਨ ਦੇ ਉੱਪਰ ਆਯੋਜਿਤ ਹੁੰਦੇ ਨੇ। ਗੁਰੂ ਘਰ ਦੇ ਵਰੋਂ ਸਾਏ ਹੋਏ ਜਿਨ੍ਹਾਂ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਅਗੰਮੀ ਬਖਸ਼ਿਸ਼ ਹੈ। ਛੋਟੇ ਬੱਚਿਆਂ ਦੇ ਪਾਸੋਂ ਆਪ ਗੁਰਬਾਣੀ ਦਾ ਵਿਰਸਾ ਜਿਹੜਾ ਸੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ, ਉਹ ਗੁਰਬਾਣੀ ਰੂਪ ਦੇ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ
ਜਿਨ੍ਹਾਂ ਨੇ ਸਾਨੂੰ ਸਾਧ ਸੰਗਤ ਜੀ, ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਕਰਦੇ ਹਾਂ, ਇੱਕ ਸ਼ਬਦ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਬਤ ਤੇ ਵਰਤਦੇ ਹਾਂ ਵੀ ਗੁਰੂ ਜੋਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਜੋਤ ਨੇ। ਕੀ ਕਹਿੰਦੇ ਆ ਜੀ ਆਪਾਂ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਜੋਤ ਨੇ। ਤੇ ਦੂਸਰਾ, ਅਸੀਂ ਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਇੱਕ ਜੁਗਤ ਸ਼ਬਦ ਸੁਣਿਆ ਹੋਏਗਾ, ਜੋਗ ਤੇ ਜੁਗਤ, ਜੋਤ ਤੇ ਜੁਗਤ। ਜੋਤ ਕੀ ਹੈ ਤੇ ਜੁਗਤ ਕੀ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਦੇ ਬਾਰੇ ਸਾਨੂੰ ਕੀ ਗਿਆਨ ਬਖਸ਼ਿਸ਼ ਕੀਤਾ? ਦੋਵੇਂ ਸ਼ਬਦ ਜਿਹੜੇ ਨੇ ਬੜੇ ਧਿਆਨ ਗੋਚਰ ਨੇ। ਇਹ ਮੈਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰ ਦਿੱਤੀ, ਤੇ ਬਾਬਾ ਸੱਤਾ ਤੇ ਬਾਬਾ ਬਲਵੰਡਾ ਜੀ ਦੀ ਜਿਹੜੀ ਰਾਮਕਲੀ ਰਾਗ ਦੇ ਵਿੱਚ ਵਾਰ ਹੈ ਨਾ, ਉਹਦੇ ਵਿੱਚ ਉਹਨਾਂ ਨੇ ਇਹ ਅੱਖਰ ਜਿਹੜੇ ਸੀ ਦਰਜ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ, ਗੁਰੂ ਜੋਤ ਔਰ ਗੁਰੂ ਜੁਗਤ ਦੇ ਬਾਰੇ। ਜੋਤ ਉਹ, ਜੁਗਤ ਸਾਏ, ਸਹਿਕਾਇਆ ਫੇਰ ਪਲਟੀਏ। ਜੋਤ ਕੀ ਹੈ ਔਰ ਜੁਗਤ ਕੀ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਕਿਹੜੀ ਜੋਤ ਬਖਸ਼ਿਸ਼ ਕੀਤੀ, ਕਿਹੜੀ ਜੁਗਤ ਬਖਸ਼ਿਸ਼ ਕੀਤੀ, ਜਿਹਦੇ ਨਾਲ ਸਾਡਾ ਜੀਵਨ ਸਵਰਨਾ ਹੈ? ਇਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ, ਮਨੋਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਧਿਆਨ ਟਿਕਾਈਏ। ਆਪਣੀ ਸੁਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਇਕਾਗਰ ਕਰਨਾ ਹੋਏ ਤੇ ਭਾਈ ਵੀਰ ਸਿੰਘ ਸਾਹਿਬ ਜੀ ਨੇ ਨਾ ਜੀ, ਗੁਰੂ ਨੂੰ ਸਾਹਮਣੇ ਵੇਖਣ ਦੀ ਇੱਕ ਬੜੀ ਪਿਆਰੀ ਜੁਗਤ ਆਪਣੀਆਂ ਰਚਨਾਵਾਂ ਵਿੱਚ ਬਖਸ਼ਿਸ਼ ਕੀਤੀ। ਕਿ ਅਸੀਂ ਅਕਸਰ ਗੁਰੂ ਦਾ ਇਤਿਹਾਸ ਸੁਣਦੇ ਹਾਂ, ਗੁਰੂ ਕੀ ਸਾਖੀ ਸੁਣਦੇ ਹਾਂ, ਤੇ ਸਾਡੀ ਸੁਰਤੀ ਉਖੜ ਜਾਂਦੀ ਹੈ। ਸਾਡਾ ਮਨ ਜਿਹੜਾ ਉਹ ਵਿੱਚੋਂ ਆਸੇ-ਪਾਸੇ ਹੋ ਜਾਂਦਾ, ਤੇ ਇੱਥੋਂ ਤੱਕ ਕਿਸੇ ਵੇਲੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਗੱਲ ਕਹੀ ਜਾ ਰਹੀ ਹੈ, ਕੀ ਵਰਤਾਰਾ ਵਰਤ ਰਿਹਾ। ਇੱਥੋਂ ਤੱਕ ਕਈ ਵਾਰ ਤੇ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਹੋ ਰਿਹਾ ਹੁੰਦਾ, ਗੁਰਦੁਆਰਾ ਸਾਹਿਬ ਦੇ 2 ਕਦਮ ਬਾਹਰ ਜਾਣ ਤੋਂ ਬਾਅਦ ਉਹ ਭੁੱਲ ਜਾਂਦਾ। ਤੇ ਐਸਾ ਕਿਉਂ ਵਰਤਦਾ ਹੈ? ਇਹ ਗੱਲ ਮਹਾਰਾਜ ਜੀ ਨੇ ਸਾਨੂੰ ਪ੍ਰਤੱਖ ਕਰਕੇ ਆਪਣੇ ਜੀਵਨ ਕਾਲ ਦੇ ਵਿੱਚ ਸੱਤ ਕਰਕੇ ਵਿਖਾਈ। ਜਦੋਂ ਆਪਾਂ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਜਾਹੋ ਜਲਾਲ ਦੇ ਨਾਲ ਸੰਗਤਾਂ ਮਨਾ ਰਹੀਆਂ, ਉੱਥੇ ਗੁਰਦੁਆਰਾ ਅੰਤਰਜਾਮਤਾ ਸਾਹਿਬ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਦਾ ਹੋਕਾ ਦਿੱਤਾ। ਸੱਚ ਦੇ ਹੋਕੇ ਦੇ ਸ਼ਬਦ ਆਪਾਂ ਸਾਰਿਆਂ ਨੂੰ ਪਤਾ, ਇਤਿਹਾਸ ਆਪਾਂ ਸਾਰੇ ਪੜ੍ਹਦੇ ਹਾਂ। ਨਾ ਕੋਈ ਹਿੰਦੂ ਨਾ ਮੁਸਲਮਾਨ, ਵੇਈ ਪ੍ਰਵੇਸ਼ ਤੋਂ ਬਾਅਦ ਮਹਾਰਾਜ ਜੀ ਦਾ ਸੱਚ ਦਾ ਉਪਦੇਸ਼ ਹੈ ਸਾਰਿਆਂ ਨੂੰ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਉੱਥੇ ਸੁਣਨ ਦੀ ਜਾਚ ਸਿਖਾਈ ਸੀ, ਸੁਣਨ ਦੀ, ਗੁਰੂ ਕੋਲ ਬੈਠਣਾ ਕਿਵੇਂ ਹੈ। ਇਹ ਗੁਰੂ ਦੀ ਜੁਗਤੀ ਹੈ। ਗੁਰੂ ਜੁਗਤੀ ਰਾਹੀਂ ਸਾਨੂੰ ਗਿਆਨ ਦਿੰਦਾ। ਆਪਾਂ ਸਾਰਾ ਇਤਿਹਾਸ ਜਿਹੜਾ ਬੜੀ ਵਾਰ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚੋਂ ਆਪਾਂ ਸਰਵਣ ਕੀਤਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੱਚ ਦਾ ਹੋਕਾ ਦੇ ਦਿੱਤਾ, ਸੁਲਤਾਨਪੁਰ ਲੋਧੀ ਦੇ ਜਿਹੜੇ ਨਿਵਾਸੀ ਸੀ, ਇਸਲਾਮ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਫਿਰ ਸਾਧ ਸੰਗਤ ਜੀ ਕੀ ਕਿਹਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੂੰ? ਜੀ ਵਾਕਈ ਤੁਸੀਂ ਕਹਿੰਦੇ ਹੋ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਚਲੋ ਸਾਡੇ ਨਾਲ ਨਮਾਜ਼ ਪੜ੍ਹੋ। ਆਪਾਂ ਗੁਰੂ ਬਾਬਾ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ। ਬਾਬਾ ਜੀ ਦੀ ਜੁਗਤੀ ਕੀ ਹੈ? ਮਹਾਰਾਜ ਜੀ ਜੇ ਤੁਸੀਂ ਕਹਿੰਦੇ ਵੀ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ, ਚਲੋ ਨਮਾਜ਼ ਪੜ੍ਹੋ ਸ਼ਾਹੀ ਮਸਜਿਦ। ਮੈਂ ਤੇ ਇੱਕ ਬੇਨਤੀ ਕਰ ਦੇਵਾਂ, ਸੁਲਤਾਨਪੁਰ ਲੋਧੀ ਜਿਹੜਾ ਹੈ ਸਾਧ ਸੰਗਤ ਜੀ, ਇਹ ਅੱਜ ਦੇ ਪੰਜਾਬ ਦੇ ਨਕਸ਼ੇ ਵਿੱਚੋਂ ਨਾ ਵੇਖੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦਾ ਜਿਹੜਾ ਪੰਜਾਬ ਦਾ, ਸਾਡੇ ਇਸ ਹਿੰਦੁਸਤਾਨ ਦਾ ਨਕਸ਼ਾ, ਉਦੋਂ ਜਦੋਂ ਤੁਸੀਂ ਸੁਲਤਾਨਪੁਰ ਲੋਧੀ ਨੂੰ ਵੇਖੋਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਮੋਦੀ ਦੀ ਕਾਰ ਕੀਤੀ। ਅਸੀਂ ਸਮਝਦੇ ਹਾਂ ਕਿ ਮੋਦੀ ਆਮ ਛੋਟਿਆ ਜਿਹਾ ਮਹਾਰਾਜ ਜੀ ਦੇ ਕੋਲ ਆਉਂਦਾ ਸੀ। ਜਦੋਂ ਬਹੁਤਾਤ ਦੇ ਵਿੱਚ ਤੁਸੀਂ ਧਾਰਮਿਕ ਇਤਿਹਾਸਕ ਗ੍ਰੰਥਾਂ ਦਾ
ਕੋਖ ਪੜਚੋਲ ਕਰੋਗੇ ਤੇ ਪਤਾ ਲੱਗੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਿਹੜਾ ਅਹੁਦਾ ਸੀ, ਜਿਵੇਂ ਅੱਜ ਪੰਜਾਬ ਦੀ ਮਿਨਿਸਟਰੀ ਦੇ ਵਿੱਚ ਇੱਕ ਖੁਰਾਕ ਮੰਤਰੀ ਹੁੰਦਾ ਤੇ ਜਿਹੜਾ ਸੁਤੰਤਰ ਰਾਜ ਸੀ ਉਸ ਵਕਤ ਸੁਲਤਾਨਪੁਰ ਲੋਧੀ, ਬੜੇ ਪਰਗਣੇ ਇਹਦੇ ਅਧੀਨ ਆਉਂਦੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਇਕੱਲੇ ਸੁਲਤਾਨਪੁਰ ਲੋਧੀ ਦੇ ਵਿੱਚ ਮੋਦੀ ਨਹੀਂ ਸੀ, ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਮਹਾਰਾਜ ਜੀ ਦੇ ਕੋਲ ਇਹ ਅਹੁਦਾ ਸੀ। ਖੁਰਾਕ ਸਪਲਾਈ ਦਾ, ਅਨਾਜ ਦੀ ਵੰਡ ਕਰਨਾ, ਅਨਾਜ ਨੂੰ ਪਹੁੰਚਾਉਣਾ, ਏਡਾ ਵੱਡਾ ਅਹੁਦਾ ਸੀ ਮਹਾਰਾਜ ਜੀ ਦੇ ਕੋਲ। ਉਹ ਸੁਲਤਾਨਪੁਰ ਦੀ ਆਪਾਂ ਬਾਤ ਕਰ ਰਹੇ ਹਾਂ। ਮਹਾਰਾਜ ਜੀ ਨੂੰ ਕਿਹਾ ਗਿਆ ਵੀ ਆਓ ਨਮਾਜ਼ ਪੜ੍ਹੋ। ਸ਼ਾਹੀ ਮਸਜਿਦ ਦੇ ਵਿੱਚ ਮਹਾਰਾਜ ਜੀ ਗਏ, ਜਿੱਥੇ ਕਾਜੀ, ਨਵਾਬ ਦੌਲਤ ਖਾਨ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਿਆਰ ਰੱਖਣ ਵਾਲੇ ਸਿੱਖ ਜਿਹੜੇ ਅੰਦਰ ਤੇ ਨਹੀਂ ਜਾ ਸਕੇ, ਬਾਹਰ ਖੜੇ ਸੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਸੰਗਤਾਂ ਇਕੱਠੀਆਂ ਹੋਈਆਂ। ਗੁਰੂ ਨਾਨਕ ਦੇਵ ਮਹਾਰਾਜ ਜੀ ਗਏ। ਜੁਗਤੀ ਕੀ ਹੈ? ਸੁਣਨ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ, ਗੁਰੂ ਕਿਵੇਂ ਜੁਗਤ ਦੇ ਕੇ ਸਾਨੂੰ ਸਮਝਾਉਂਦਾ। ਮਹਾਰਾਜ ਜੀ ਗਏ, ਨਮਾਜ਼ ਪੜ੍ਹੀ ਜਾ ਰਹੀ। ਸਤਿਗੁਰੂ ਗੁਰੂ ਨਾਨਕ ਜਦੋਂ ਨਮਾਜ਼ ਕਰਦੇ ਨੇ, ਪਹਿਲਾਂ ਵੁਜੂ ਕਰਦੇ, ਆਪਣੇ 8 ਅੰਗਾਂ ਨੂੰ ਧੋਂਦੇ ਆ, ਵੀ ਹੱਥ ਧੋਂਦੇ ਆ, ਪੈਰ ਧੋਂਦੇ ਆ, ਮੱਥੇ ਤੇ ਛੱਟੇ ਮਾਰਦੇ ਆ। ਉਹਨਾਂ ਵੁਜੂ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਨੰਦ ਸਰੂਪ ਕੇ ਖਲੋਤੇ ਰਹੇ। ਜਦੋਂ ਨਮਾਜ਼ ਕਲਮਾ ਪੜ੍ਹ ਕੇ ਆਰੰਭ ਹੋ ਗਈ, ਲਾ ਇਲਾਹਾ ਇਲਾਹਾ ਮੁਹੰਮਦ ਰਸੂਲ ਅੱਲਾਹ ਤੋਂ ਅੱਗੇ ਨਮਾਜ਼ ਅਦਾ ਹੋਈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਸ ਦੇ ਵਿੱਚ ਮਗਨ ਹੋ ਕੇ ਖੜੇ ਨੇ। ਤੇ ਜਦੋਂ ਆਪਾਂ ਵੇਖਿਆ ਹੋਏਗਾ ਮੋਬਾਈਲਾਂ ਦੇ ਉੱਪਰ ਨਮਾਜ਼ ਪੜ੍ਹਦੇ ਨੇ, ਉਹ ਫਿਰ ਆਪਣੇ ਗੋਡਿਆਂ ਭਾਰ ਬੈਠ ਕੇ ਦੋਵੇਂ ਹੱਥਾਂ ਨੂੰ ਐਵੇਂ ਖੋਲ੍ਹ ਕੇ ਪਰਵਤਗਾਰ ਦੇ ਅੱਗੇ ਕਦੀ ਤੌਣ ਇਸ ਪਾਸੇ ਕਰਦੇ, ਕਦੀ ਇਸ ਪਾਸੇ ਕਰਦੇ ਵੇਖਦੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਪ੍ਰਕਿਰਿਆ ਦੇ ਵਿੱਚ ਖੜੇ ਸੀ ਉਸੇ ਤਰ੍ਹਾਂ ਰਹੇ। ਹੁਣ ਕਾਜੀ ਦੀ ਜਦੋਂ ਨਿਗਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਪਈ ਤੇ ਮਨ ਦੇ ਵਿੱਚ ਸੋਚਦਾ ਵੀ ਮਹਾਰਾਜ ਜੀ ਤੇ ਕਿਹਾ ਸੀ ਵੀ ਨਾ ਕੋ ਹਿੰਦੂ ਨਾ ਮੁਸਲਮਾਨ, ਸਾਰੇ ਹੀ ਅੱਲਾਹ ਦੇ ਬੰਦੇ ਨੇ, ਰੱਬ ਦੇ ਬੰਦੇ ਨੇ, ਪਰਮੇਸ਼ਰ ਇੱਕ ਹੈ। ਇਹਨਾਂ ਤੇ ਨਮਾਜ਼ ਦੀ ਤੋਹੀਨ ਕੀਤੀ ਹੈ, ਨਮਾਜ਼ ਤੇ ਨਾਦਾ ਹੀ ਨਹੀਂ ਕੀਤੀ। ਤੇ ਨਵਾਬ ਦੌਲਤ ਖਾਨ ਨੇ ਵੀ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨਮਾਜ਼ ਨਹੀਂ ਪੜ੍ਹ ਰਹੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਨਮਾਜ਼ ਦੀ ਸਮਾਪਤੀ ਹੋਈ ਤੇ ਫਿਰ ਪੁੱਛਦੇ ਨੇ, ਬਾਬਾ ਜੇ ਨਮਾਜ਼ ਨਹੀਂ ਪੜ੍ਹਨੀ ਸੀ ਤੇ ਤੁਸੀਂ ਫਿਰ ਮਸਜਿਦ ਦੇ ਵਿੱਚ ਕਿਉਂ ਆਏ? ਤੁਸੀਂ ਨਮਾਜ਼ ਦੀ ਬੇਅਦਬੀ ਕਿਉਂ ਕੀਤੀ? ਸਿੱਧੇ ਸ਼ਬਦਾਂ ਵਿੱਚ ਆਪਾਂ ਇਹ ਸਮਝ ਲਈਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜਦ ਮੈਂ ਨਮਾਜ਼ ਜ਼ਰੂਰ ਪੜ੍ਹਾਂਗਾ। ਮੈਂ ਪੜ੍ਹ ਰਿਹਾ ਸੀ, ਉਹ ਸੱਚੇ ਪਰਵਤਗਾਰ ਖੁਦਾ ਦੀ ਨਮਾਜ਼ ਪੜ੍ਹ ਰਿਹਾ ਸੀ। ਮੈਂ ਤੇ ਅੱਲਾਹ ਦੇ ਵਜਦ ਦੇ ਵਿੱਚ ਜੁੜਿਆ ਹੋਇਆ ਸੀ। ਮੈਂ ਤੁਹਾਨੂੰ ਬਾਹਰ ਕਿਹਾ ਸੀ ਵੀ ਮੈਂ ਨਮਾਜ਼ ਪੜ੍ਹਾਂਗਾ ਉਸ ਦੇ ਨਾਲ ਜਿਹੜਾ ਆਪ ਪੜ੍ਹ ਰਿਹਾ ਹੋਵੇਗਾ। ਤੇ ਕਾਜੀ ਕਹਿੰਦਾ ਮੈਂ ਪੜ੍ਹ ਰਿਹਾ ਸੀ। ਤੇ ਗੁਰੂ ਪਿਆਰਿਓ, ਫਿਰ ਉੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਨਹੀਂ, ਸਰੀਰ ਕਿਰਿਆ ਦੇ ਵਿੱਚ ਸੀ, ਸਰੀਰ ਕਿਰਿਆ ਦੇ ਵਿੱਚ ਸੀ, ਵੀ ਸਰੀਰ ਕਿਰਿਆ ਕਰ ਰਿਹਾ ਸੀ, ਵੀ ਹਿੱਲ ਰਿਹਾ ਸੀ। ਜੋ ਤੁਹਾਡੇ ਧਰਮ ਦੇ ਅਸੂਲ ਉਹਦੇ ਸ਼ਰੀਅਤ ਦੇ ਮੁਤਾਬਿਕ ਚੱਲ ਰਿਹਾ ਸੀ, ਪਰ ਮਨ ਨਹੀਂ ਸੀ ਹੈਗਾ। ਉਹ ਕਹਿੰਦੇ ਵੀ ਜੇ ਮੇਰਾ ਮਨ ਨਹੀਂ ਹੈਗਾ ਸੀ ਤੇ ਫਿਰ ਤੁਸੀਂ ਨਵਾਬ ਪੜ੍ਹ ਰਿਹਾ ਸੀ, ਉਹਦੇ ਨਾਲ ਪੜ੍ਹ ਰਹੇ। ਮਹਾਰਾਜ ਜੀ ਕਹਿੰਦੇ ਵੀ ਉਹਦਾ ਵੀ ਸਰੀਰ ਹੀ ਕਿਰਿਆ ਕਰ ਰਿਹਾ ਸੀ, ਸਿਰਫ ਉਹ ਕੁਛ ਸਮਾਂ ਅਦਾ ਕਰ ਰਿਹਾ ਸੀ। ਫਿਰ ਮਹਾਰਾਜ ਨੇ ਉੱਥੇ ਉਹਨਾਂ ਨੂੰ ਜੁਗਤੀ ਦਿੱਤੀ ਸੀ ਵੀ ਤੁਹਾਡਾ ਮਨ ਜਿੰਨਾ ਚਿਰ ਸਥਿਰ ਨਹੀਂ ਹੋਏਗਾ, ਧਰਮ ਵੀ ਇੱਕ ਕਿਰਿਆ ਪ੍ਰਕਿਰਿਆ ਬਣ ਕੇ ਰਹਿ ਜਾਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੁਗਤੀ ਦਿੱਤੀ ਸਾਧ ਸੰਗਤ ਜੀ ਉੱਥੇ ਵੀ ਜੇ ਧਰਮ ਦਾ ਕੋਈ ਕਾਰਜ ਸੰਗਤ ਕਰਨੀ ਹੈ, ਉਹਦੇ ਵਿੱਚ ਮਨ ਨੂੰ ਸਥਿਰ ਕਰਨਾ, ਮਨ ਨੂੰ ਗੁਰੂ ਦੇ ਕੋਲ ਅਰਪਣ ਕਰਨਾ, ਗੁਰੂ ਦੇ ਸਨਮੁਖ ਰੱਖ ਕੇ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਅੱਗੇ ਅਰਦਾਸ ਕਰਕੇ ਬੈਠਣਾ ਵੀ ਮਹਾਰਾਜ ਤੁਹਾਡੀ ਸੰਗਤ ਵਿੱਚ ਬੈਠੇ ਆ, ਤੁਸੀਂ ਬੜੀ ਕਿਰਪਾ ਕੀਤੀ। ਕਿਰਪਾ ਕਰਕੇ ਮਹਾਰਾਜ ਇਕਾਗਰਤਾ ਦੀ, ਸਾਵਧਾਨ ਇਕਾਗਰ ਚੀਜ਼ ਦੀ ਦਾਤ ਬਖਸ਼ਿਸ਼ ਕਰਨੀ। ਤੇ ਮਹਾਰਾਜ ਜੀ ਨੂੰ ਸਾਰਾ ਹਾਲਾਤ ਦੱਸਿਆ ਵੀ ਤੁਹਾਡਾ ਮਨ ਕਾਜੀ ਜੀ ਘਰ ਵਿੱਚ ਸੀ ਤੇ ਨਵਾਬ ਜੀ ਤੁਹਾਡਾ ਮਨ ਤੇ ਵਪਾਰ ਕਰ ਰਿਹਾ ਸੀ। ਉੱਥੇ ਸਾਧ ਸੰਗਤ ਜੀ ਗੁਰਦੁਆਰਾ ਅੰਤਰਜਾਮਤਾ ਸਾਹਿਬ ਮਹਾਰਾਜ ਜੀ ਨੇ ਜੁਗਤੀ ਦੇ ਕੇ ਸਾਨੂੰ ਸੁਣਨ ਦੀ ਇਜਾਜ਼ਤ ਦੱਸੀ ਹੈ। ਭਾਈ ਵੀਰ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਸੀ। ਭਾਈ ਵੀਰ ਸਿੰਘ ਜੀ ਕਹਿੰਦੇ ਵੀ ਜਦੋਂ ਗੁਰ ਇਤਿਹਾਸ ਨੂੰ, ਗੁਰੂ ਕੀ ਸਾਖੀ ਨੂੰ ਸੁਣਨਾ ਹੋਵੇ ਨਾ, ਤੇ ਫਿਰ ਐਂ ਮਹਿਸੂਸ ਕਰੋ ਵੀ ਅਸੀਂ ਵੀ ਗੁਰੂ ਕੀ ਸੰਗਤ ਵਿੱਚ ਹੀ ਬੈਠੇ ਹਾਂ। ਗੁਰੂ ਸਾਡੇ ਕੋਲ ਸਨਮੁਖ ਨੇ, ਹਾਜ਼ਰ ਨਾਜ਼ਰ ਨੇ। ਗੁਰੂ ਸਾਡੇ ਗੁਰ ਮੇਰੇ ਸੰਗ
सदा है नाले। गुरु मेरे अंग संग राखा एक, हमारा स्वामी सगल घटांका। नमस्कार तिसही को हमारी, सकल प्रजा जिन घाट घाट के अंतर की जानत, भले बुरे की पीर पछानत। भी महाराज मैनू वेख रहा, महाराज मेरे अंग संग ने। भी जो इतिहास भाई वीर सिंह साहब कहते भी जो साखी नूं सुनना होवे, गुर इतिहास नूं सुनना होवे, ਤੇ ਨਾਲ ਜਿਵੇਂ ਆਪਾਂ ਸੁਲਤਾਨਪੁਰ ਲੋਧੀ ਦੀ ਗੱਲ ਕੀਤੀ, ਐਵੇਂ ਆਪਣੀ ਸੁਰਤੀ ਨੂੰ ਉੱਥੇ ਲੈ ਕੇ ਚਲੇ ਜਾਣਾ ਵੀ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਕਰ ਰਹੇ ਹਾਂ। ਧਿਆਨ ਹਿੱਲੇਗਾ ਹੀ ਨਹੀਂ, ਧਿਆਨ ਭਟਕੇਗਾ ਹੀ ਨਹੀਂ, ਮਨ ਹੌਲੀ ਹੌਲੀ ਜਿਹੜਾ ਹੈ ਉਹ ਸਥਿਰ ਹੁੰਦਾ ਜਾਏਗਾ। ਇਸ ਚੀਜ਼ ਦਾ ਅਭਿਆਸ ਪ੍ਰਪੱਕ ਕਰਨਾ, ਸਰੋਤਾ ਬਣਨਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਜਦੋਂ ਵੇਖੋਗੇ, ਜਦੋਂ ਬਾਣੀ ਵਿੱਚੋਂ ਮਹਾਰਾਜ ਜੀ ਦਾ ਦਰਸ਼ਨ ਕਰਾਂਗੇ, ਮਹਾਰਾਜ ਨੇ ਬੜੀ ਇਹਦੇ ਬਾਰੇ ਬਰੀਕੀ ਨਾਲ ਬਾਣੀ ਵਿੱਚ ਲਿਖਿਆ। ਸਰੋਤਾ ਬਣਨਾ ਵੀ ਇੱਕ ਬੜਾ ਵੱਡਾ ਅਭਿਆਸ ਸੀ। ਅੱਜ ਤੇ ਮਾਫ ਕਰਨਾ, ਸਾਡੇ ਵਿੱਚੋਂ ਇਹ ਗੁਣ ਜਿਹੜਾ ਨਾ ਕੀਰਤਨ ਸੁਣਨ ਦਾ, ਇਹ ਵੀ ਅਲੋਪ ਹੁੰਦਾ ਜਾ ਰਿਹਾ। ਕੀਰਤਨ ਸੁਣਨ ਦਾ ਆਪਣੇ ਆਪ ਦੇ ਵਿੱਚ ਸੁਣ ਕੇ ਵਜਨ ਦੇ ਵਿੱਚ ਆ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਹੀ ਸ਼ਬਦ ਗਾਇਆ ਸੀ ਭਾਈ ਸੱਜਣ ਦੇ ਘਰ। ਇਤਿਹਾਸ ਆਪਾਂ ਬੜੀ ਵਾਰ ਸੁਣਿਆ, ਇੱਕੋ ਹੀ ਸ਼ਬਦ ਪੜ੍ਹਿਆ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਸੱਜਣ ਦੇ ਘਰ ਜਾ ਕੇ। ਅਸੀਂ ਅੱਜ ਵੀ ਸੱਜਣ ਠੱਗ ਕਰੀ ਜਾ ਰਹੇ, ਪਰ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸ਼ਬਦ ਗਾਵਿਆ ਤੇ ਇੱਕੋ ਸ਼ਬਦ ਸੁਣਨ ਦੇ ਨਾਲ ਉਹ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ। ਪਰ ਅਸੀਂ ਅੱਜ ਤੱਕ ਵੀ ਉਹ ਸੱਜਣ ਠੱਗ ਸ਼ਬਦ ਵਰਤੀ। ਮੇਰੀ ਬੇਨਤੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨਾਲ ਜਿਹਨੇ ਜੀਵਨ ਬਣਾ ਲਿਆ, ਉਹ ਠੱਗ ਨਹੀਂ ਹੋ ਸਕਦਾ। ਸ਼ਬਦ ਇੱਕੋ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਾਇਆ ਸੀ। ਰਾਤ ਮਨ ਦੇ ਵਿੱਚ ਵਿਚਾਰ ਰਹੇ ਸੀ ਕਦੋਂ ਬਾਬਾ ਜੀ ਸੌਣ ਤੇ ਇਹਨਾਂ ਦਾ ਧਨ ਲੁੱਟ ਪੁੱਟ ਲਈਏ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਉੱਥੇ ਸੂਈ ਰਾਗ ਦਾ ਸ਼ਬਦ ਗਾਏ, ਉੱਜਲ ਕਹਿਆ ਚਿਲਕਣਾ ਕੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਆਂ ਤਿਸ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੀ ਦਸਨ। ਇੱਕੋ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੰਧਿਆ ਸਮੇਂ ਗਾਏ, ਜੀਵਨ ਬਦਲ ਗਿਆ। ਹੁਣ ਉਹ ਕੀਰਤਨ ਕਰਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੀ, ਸਾਥੀ ਬਾਬਾ ਮਰਦਾਨਾ ਜੀ ਸੀ, ਸੁਣਨ ਵਾਲਾ ਭਾਈ ਸਰੋਤਾ ਅੱਗੇ ਭਾਈ ਸੱਜਣ ਸੀ। ਸਰੋਤੇ ਦੀ ਬਿਰਤੀ ਇੰਨੀ ਇਕਾਗਰ ਹੋ ਗਈ, ਜੀਵਨ ਬਦਲ ਗਿਆ। ਕਿਵੇਂ ਬਦਲਿਆ? ਸੁਣਨ ਦਾ ਅਭਿਆਸ ਪ੍ਰਪੱਕ ਹੋ ਗਿਆ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸੰਗੀ ਹੈ, ਕਿਉਂਕਿ ਆਪਾਂ ਗੁਰੂ ਜੋਤ ਤੇ ਗੁਰੂ ਜੁਗਤ ਦੀ ਗੱਲ ਕਰ ਰਹੇ ਹਾਂ, ਨਾਲ ਆਪਾਂ ਇਤਿਹਾਸ ਵਿੱਚੋਂ ਵੇਖਣਾ ਵੀ ਸਾਡੀ ਪਕੜ ਦੇ ਵਿੱਚ ਗੱਲ ਆ ਜਾਵੇ ਵੀ ਜੋਤ ਉਹ ਜੁਗਤ ਸਾਏ, ਉਹੀ ਜੋਤ ਤੇ ਉਹੀ ਜੁਗਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੱਕ ਪਹੁੰਚਾ ਦਿੱਤੀ। ਤੇ 10 ਪਾਤਸ਼ਾਹੀਆਂ ਤੱਕ ਚੱਲਦੀ ਉਹੀ ਜੋਤ ਤੇ ਉਹੀ ਗੁਰੂ ਜੁਗਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਸਾਨੂੰ ਦੇ ਰਹੇ। ਹੁਣ ਸਾਧ ਸੰਗਤ ਜੀ, ਜਦੋਂ ਆਪਾਂ ਇਤਿਹਾਸ ਵਿੱਚੋਂ ਦਰਸ਼ਨ ਕਰਦੇ ਹਾਂ, ਆਪਾਂ ਬਾਬਾ ਮਰਦਾਨਾ ਜੀ ਦਾ ਦ੍ਰਿਸ਼ਟਾਂਤ ਲੈ ਲੈਂਦੇ ਹਾਂ। 2 ਬੇਨਤੀਆਂ ਕਰਾਂਗੇ ਸਾਧ ਸੰਗਤ ਜੀ ਸਾਰੇ ਇਤਿਹਾਸ ਵਿੱਚੋਂ ਵੀ ਸਰੋਤਾ ਕਿਹੋ ਜਿਹਾ ਹੋਵੇ। ਇੱਕੋ ਅਰਦਾਸ ਕਰੀਏ ਵੀ ਮਹਾਰਾਜ ਜੀ ਸਾਡਾ ਹਿਰਦਾ ਕਿਤੇ ਬਾਬਾ ਮਰਦਾਨਾ ਜੀ ਵਰਗਾ ਬਣ ਜੇ। ਜਦੋਂ ਆਪਾਂ ਗੁਰੂ ਇਤਿਹਾਸ ਵਿੱਚੋਂ ਸ਼੍ਰੀ ਨਾਨਕ ਚਮਤਕਾਰ ਜੀ ਦੇ ਵਿੱਚੋਂ ਆਪਾਂ ਦ੍ਰਿਸ਼ਟਾਂਤ ਲੈਂਦੇ, ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪਹਿਲੀ ਵਾਰ ਤਲਵੰਡੀ ਵਿੱਚ ਬਾਬਾ ਮਰਦਾਨਾ ਜੀ ਨੂੰ ਮਿਲੇ ਤੇ ਇਤਿਹਾਸ ਦੱਸਦਾ ਵੀ ਬਾਬਾ ਮਰਦਾਨਾ ਜੀ ਖੂਹ ਤੇ ਬੈਠੇ। ਖੂਹ ਪੁਰਾਣੇ ਸਮੇਂ 'ਚ ਖੂਹ ਹੁੰਦੇ ਸੀ, ਹੁਣ ਟਿਊਬਵੈੱਲ ਆ ਗਏ। ਤੇ ਬਾਹਰ ਖੇਤਾਂ ਦੇ ਵਿੱਚ ਬਾਹਰ ਖੂਹ ਤੇ ਬੈਠੇ ਤੇ ਬਾਬਾ ਮਰਦਾਨਾ ਜੀ ਜਿਹੜਾ ਉਹਨਾਂ ਦੇ ਕੋਲ ਸਾਜ਼ ਸੀ, ਸਰੰਦਾ ਸੀ ਜਾਂ ਰਬਾਬ ਸੀ, ਤੇ ਉਹ ਵਜਾ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਅੰਮ੍ਰਿਤ ਵੇਲੇ ਨਿਕਲੇ, ਬੜੀ ਇਕਾਗਰਤਾ ਦੇ ਨਾਲ ਭਾਈ ਮਰਦਾਨਾ ਕੁਝ ਗਾ ਰਿਹਾ ਤੇ ਨਾਲ ਉਹ ਸਾਜ਼ ਵਜਾ ਰਿਹਾ। ਐਸੇ ਵਜਦ ਦੇ ਵਿੱਚ ਗਾਇਆ, ਰਾਗ ਬੱਧ ਲੈ ਬੱਧ ਤਰੀਕੇ ਨਾਲ ਗਾਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਗਏ, ਸੁਣਦੇ ਰਹੇ, ਬੜੀ ਗੰਭੀਰਤਾ ਦੇ ਨਾਲ ਸੁਣਿਆ। ਸਮਾਪਤੀ ਹੋਈ, ਪੁੱਛਿਆ ਕੀ ਨਾਂ ਪੁਰਖਾ ਤੇਰਾ? ਇੱਥੇ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਬਾਬਾ ਮਰਦਾਨਾ ਜੀ ਇੱਕ ਹੀ ਨਗਰ ਦੇ ਵਸਨੀਕ ਨੇ। ਤਲਵੰਡੀ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਭੋਈ ਦੀ ਤਲਵੰਡੀ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਹੋਈ ਤੇ ਉਸੇ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸੇ ਨਗਰ ਦੇ ਵਿੱਚ ਬਾਬਾ ਮਰਦਾਨਾ ਜੀ ਦਾ ਜਨਮ ਬਾਬੇ ਬਦਰੀ ਦੇ ਘਰ ਹੋਇਆ।
ਤੇ ਪੁੱਛਿਆ ਪੁਰਖਿਆ ਨਾ ਮਹਾਰਾਜ ਨਾ ਦਾਨਾ। ਕਿੱਤਾ ਮਹਾਰਾਜ ਮੇਰਾ ਕਿੱਤਾ ਹੈ, ਮੇਰਾ ਆਸ ਜਾਤ ਦੇ ਨਾਲ ਸੰਬੰਧ ਰੱਖਦਾ। ਕੀ ਕਰਦਾ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਸਾਜ਼ ਵਜਾਉਣਾ, ਜੋ ਕੁਝ ਮਿਲਦਾ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ। ਤੇ ਮਹਾਰਾਜ ਨੇ ਉਪਦੇਸ਼ ਕੀ ਦਿੱਤਾ, ਜੇ ਅੱਜ ਤੋਂ ਗਾਉਣਾ ਬੰਦ ਕਰਕੇ ਇਸੇ ਸਾਜ਼ ਦੇ ਨਾਲ ਬਾਣੀ ਗਾਏ, ਪਰਮੇਸ਼ਰ ਦਾ ਸ਼ਬਦ ਗਾਏ, ਤੇ ਤੇਰਾ ਲੋਕ ਵੀ ਸਵਰੇ ਤੇ ਪਰਲੋਕ ਵੀ ਸਵਰੇ। ਮਹਾਰਾਜ ਨੇ ਕੀ ਕਿਹਾ ਵੀ ਜੇ ਕਿਤੇ ਬਾਣੀ ਗਾ ਲੈ ਨਾ, ਪਰਮੇਸ਼ਰ ਦਾ ਸ਼ਬਦ ਗਾ ਲੈ, ਤੇ ਲੋਕ ਵੀ ਸਵਰ ਜੇ ਤੇ ਪਰਲੋਕ ਵੀ ਸਵਰ ਜੇ। ਤੇ ਅੱਗੋਂ ਬਾਬੇ ਮਰਦਾਨੇ ਦਾ ਉੱਤਰ ਸੀ, ਕਿਉਂਕਿ ਇਸਲਾਮ ਨਾਲ ਸੰਬੰਧ ਰੱਖਦੇ ਸੀ। ਮਹਾਰਾਜ ਪਰਲੋਕ ਦਾ ਤੇ ਮੈਨੂੰ ਪਤਾ ਨਹੀਂ, ਮੈਂ 5 ਨਮਾਜ਼ਾਂ ਦਾ ਧਾਰਨੀ ਹਾਂ ਇੱਥੇ ਮੈਂ ਸ਼ਬਦ ਗਾਵਾਂਗਾ, ਮੇਰਾ ਲੋਕ ਜ਼ਰੂਰ ਸਵਰ ਜਾਏਗਾ, ਭਾਵ ਮੈਨੂੰ ਕੁਝ ਪੈਸੇ ਮਿਲਣਗੇ, ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਏਗਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉਹਨੂੰ ਕਿਹਾ ਵੀ ਨਹੀਂ, ਪਰਲੋਕ ਵੀ ਸਵਾਰਨਾ ਬਹੁਤ ਜ਼ਰੂਰੀ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਜੁਗ ਸੀ। 3 ਗੱਲਾਂ ਗੁਰੂ ਨਾਨਕ ਦੇਵ ਮਹਾਰਾਜ, ਬਾਬਾ ਮੈਨੂੰ ਸਿੱਖ ਬਣਾ ਲਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਸਿੱਖ ਕਰਤਾਰ ਦਾ। 3 ਗੱਲਾਂ ਯਾਦ ਰੱਖੀ। ਸਭ ਤੋਂ ਪਹਿਲੀ ਗੱਲ, ਕੇਸ ਨਾ ਕਟਾਈ। ਇਹ ਭਾਈ ਮਨੀ ਸਿੰਘ ਸਾਹਿਬ ਜੀ ਦੀ ਜਨਮ ਸਾਖੀ ਵਿੱਚ ਬਚਨ ਅੰਕਿਤ ਨੇ। ਸਭ ਤੋਂ ਪਹਿਲਾ ਬਚਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਾ ਮਰਦਾਨਾ ਜੀ ਨੇ ਕੀਤਾ ਵੀ ਕੇਸ ਨਾ ਕਟਾਈ। ਦੂਸਰਾ, ਕਦੀ ਵੀ ਜਗਤ ਝੂਠ ਤੰਬਾਕੂ ਆਦਿਕ ਨਸ਼ਿਆਂ ਦਾ ਸੇਵਨ ਨਾ ਕਰੀ। ਤੀਸਰਾ ਬਚਨ ਮਹਾਰਾਜ ਨੇ ਕੀਤਾ ਉਹਨਾਂ ਨੂੰ ਵੀ ਅੰਮ੍ਰਿਤ ਵੇਲੇ ਉੱਠੀ, 7 ਕਰਤਾਰ ਜਪੀ, ਤੇ ਸੰਗਤ ਟਹਿਲੂਆਂ ਦੀ ਸੇਵਾ ਜ਼ਰੂਰ ਕਰੀ। ਇਹ ਮਹਾਰਾਜ ਜੀ ਦੇ 3 ਬਚਨ ਭਾਈ ਮਰਦਾਨਾ ਜੀ ਨੂੰ, ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੇ। ਤੇ ਬਾਬਾ ਮਰਦਾਨਾ ਜੀ ਨੇ ਆਪਣੇ ਜੀਵਨ ਦੇ ਅੰਤ ਪ੍ਰਯੰਤ ਇਹਨਾਂ ਬਚਨਾਂ ਦੇ ਉੱਪਰ ਪਹਿਰਾ ਦਿੱਤਾ। ਸਾਧ ਸੰਗਤ ਜੀ 53 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਕੀਰਤਨ ਦੀ ਸੇਵਾ ਕੀਤੀ ਬਾਬਾ ਮਰਦਾਨਾ ਜੀ ਨੇ। 53 ਸਾਲ। 10 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਆਰਜੂ ਕਰਕੇ ਵੱਡੇ ਆ। ਤੇ 1535 ਈਸਵੀ ਦੇ ਵਿੱਚ ਬਾਬਾ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਥ ਛੱਡਿਆ। 53 ਸਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਜਿੱਥੇ ਵੀ ਗੁਰੂ ਬਾਬਾ ਜੀ ਗਏ, ਬਾਬਾ ਮਰਦਾਨਾ ਜੀ ਨਾਲ ਵਿਚਰੇ। ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਲੱਗਾ ਸਾਧ ਸੰਗਤ ਜੀ, ਸਰੋਤਾ ਕਿਹੋ ਜਿਹਾ ਹੋਵੇ, ਭਾਈ ਮਰਦਾਨੇ ਜੈਸਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਸ ਵਕਤ, ਕਿਉਂਕਿ ਇਤਿਹਾਸ ਦੀ ਗੱਲ ਚੱਲ ਰਹੀ, ਗੁਰੂ ਨਾਨਕ ਦੇਵ ਮਹਾਰਾਜ ਦਾ ਆਨੰਦ ਕਾਰਜ ਜਿਹੜਾ ਆਪਾਂ ਗੁਰਦੁਆਰਾ ਕਾਂਸਾ ਬਟਾਲਾ ਵਿਖੇ ਮਨਾਉਂਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਾਤ ਗਈ, ਬਾਬਾ ਮਰਦਾਨਾ ਜੀ ਵੀ ਗਏ। ਬੇਬੇ ਨਾਨਕੀ ਨੇ ਜਿਹਨੇ ਚੋਲਾ ਪਾਇਆ ਸੀ ਨਾ, ਬਾਬਾ ਨਾਨਕ ਜੀ, ਬਾਬਾ ਨਾਨਕ ਜੀ ਨੇ ਬੇਬੇ ਨਾਨਕੀ ਜੀ ਨੂੰ ਆਪ ਤਿਆਰ ਕੀਤਾ ਸੀ ਹੱਥਾਂ ਨਾਲ। ਜਦੋਂ ਸ਼ਾਮ ਨੂੰ ਬਰਾਤ ਵਾਪਸ ਤਲਵੰਡੀ ਪਰਤੀ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੋਲੇ ਵੱਲ ਵੇਖ ਕੇ, ਕਿਉਂਕਿ ਦੋਸਤ ਬੜੇ, ਕੋਈ ਦਿਲ ਦਾ ਭੇਦ ਨਹੀਂ ਸੀ ਇੱਕ ਦੂਜੇ ਤੋਂ ਰੱਖਿਆ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੋਲੇ ਵੱਲ ਨਾ ਬਾਬਾ ਮਰਦਾਨਾ ਜੀ ਵਾਰ-ਵਾਰ ਵੇਖੀ ਜਾਣ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਜਾਣਦੇ ਸੀ ਅੰਦਰ ਦੇ। ਤੇ ਮਹਾਰਾਜ ਜੀ ਮੁਸਕਰਾਏ ਤੇ ਕਹਿੰਦੇ ਵੀ ਮਰਦਾਨਾ ਜੀ ਕੀ ਵੇਖਦੇ ਹੋ? ਮਹਾਰਾਜ ਤੁਹਾਡਾ ਚੋਲਾ ਬਹੁਤ ਸੋਹਣਾ ਲੱਗਾ ਮੈਨੂੰ। ਮਹਾਰਾਜ ਕਿਤੇ ਸੋਹਣਾ ਲੱਗਾ ਤੈਨੂੰ ਦੇ ਦਈਏ? ਤੇ ਬਾਬਾ ਮਰਦਾਨਾ ਜੀ ਚੁੱਪ ਹੋ ਗਏ। ਜੇ ਸੋਹਣਾ ਲੱਗਾ ਤੇ ਤੈਨੂੰ ਦੇ ਦਈਏ? ਬਾਬਾ ਮਰਦਾਨਾ ਚੁੱਪ ਹੋ ਗਏ। ਮਹਾਰਾਜ ਤੁਹਾਡੀ ਕਿਰਪਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਰਹਿਮਤ ਦੇ ਘਰ ਦੇ ਵਿੱਚ ਆਏ, ਤੇ ਉੱਥੇ ਹੀ ਬਾਹਰ ਹੀ ਚੋਲਾ ਉਤਾਰ ਕੇ ਬਾਬਾ ਮਰਦਾਨਾ ਜੀ ਨੂੰ ਦੇ ਦਿੱਤਾ ਵੀ ਇਹ ਲੈ ਤੂੰ ਅੱਜ ਤੋਂ ਤੂੰ ਪਾਈ। ਸਤ ਸੰਗਤ ਜੀ ਉੱਥੇ ਇੱਕ ਨਾਲ ਗੱਲ ਬਾਬਾ ਮਰਦਾਨਾ ਜੀ ਨੂੰ ਕਹੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਆਹ ਚੋਲਾ ਅੱਜ ਤੋਂ ਤੇਰਾ, ਪਰ ਇੱਕ ਗੱਲ ਯਾਦ ਰੱਖੀ, ਇਹ ਚੋਲੇ ਦੀ ਝੋਲੀ ਅਕਾਲ ਪੁਰਖ ਵਾਹਿਗੁਰੂ ਤੋਂ ਅੱਗੇ ਮੈਂ ਕਦੀ ਕਿਸੇ ਅੱਗੇ ਅੱਡੀ ਨਹੀਂ। ਇਹ ਚੋਲੇ ਦੀ ਝੋਲੀ ਕਿ ਮੈਂ ਕਦੀ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਏ। ਤੇ ਇੱਕ ਕਿਰਪਾ ਕਰੀ, ਕਦੀ ਵੀ ਅਕਾਲ ਪੁਰਖ ਤੋਂ ਛੁੱਟ ਕੇ ਝੋਲੀ ਕਿਤੇ ਦੂਸਰੇ ਅੱਗੇ ਨਾ ਅੱਡ ਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਾਤ ਦਿੱਤੀ। ਬਾਬਾ ਮਰਦਾਨਾ ਜੀ ਨੇ ਸਾਰੀ ਉਮਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਪੱਲੇ ਬੰਨ੍ਹਿਆ। ਜੁਗਤੀ ਦੇ ਦਿੱਤੀ ਨਾ ਗੁਰੂ ਨਾਨਕ ਦੇਵ ਨਾਲੇ ਚੋਲਾ ਦੇ ਦਿੱਤਾ। ਜਿਹੜੀ ਗੱਲ ਆਪਾਂ ਗੁਰੂ ਜੋਤ ਤੇ ਗੁਰੂ ਜੁਗਤੀ ਦੀ ਕਰ ਰਹੇ ਹਾਂ, ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਜੁਗਤ ਵੀ ਦੇ ਦਿੱਤੀ ਵੀ ਜੀਵਨ ਇਸ ਤਰ੍ਹਾਂ ਬਣਾਉਣਾ। ਆਪਾਂ ਹਰ ਰੋਜ਼ ਹੀ ਪੜ੍ਹਦੇ ਹਾਂ, ਗੁਰਾ ਇੱਕ ਦੇਹ 부ਝਾਏ ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨ ਜਾਈ। ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ, ਇਹ ਗੁਰੂ ਦੀ ਜੁਗਤੀ ਹੈ। ਪਰ ਕਈ ਵਾਰ ਨਾ ਸਾਡਾ ਜੀਵਨ ਇਹ ਮਹਾਰਾਜ ਦੀ ਜੁਗਤ ਤੋਂ ਲਾਂਭੇ ਵੀ ਹੋ ਜਾਂਦਾ। ਅਸੀਂ ਵੇਖਦੇ ਹਾਂ ਵੀ ਆਮ ਸਾਡੇ ਘਰਾਂ ਦੇ ਵਿੱਚ ਕੋਈ ਨਿੱਕਾ ਜਿਹਾ ਵਿਘਨ ਵੀ ਪੈ ਜਾਵੇ, ਕਿਉਂਕਿ ਸਾਡਾ ਹਰ ਰੋਜ਼ ਗੁਰੂ ਮਹਾਰਾਜ ਜੀ ਨੇ ਜਿੱਥੇ ਕਿਰਤ ਵਿਰਤ ਲਿਖੀ ਹੈ ਘਰਾਂ ਦੇ ਵਿੱਚ ਜਾਣਾ, ਉੱਥੇ ਹਰ ਰੋਜ਼ ਇੱਕੋ ਗੱਲ ਹੁੰਦੀ, ਬਾਬਾ ਜੀ ਘਰ ਦੇ ਵਿੱਚ ਆ ਵਿਘਨ ਆ ਗਿਆ, ਐਂ ਹੋ ਗਿਆ, ਅਰਦਾਸ ਬੇਨਤੀ ਕਰ ਦਿਓ। ਡੋਲ ਬੜੀ ਜਲਦੀ ਜਾਂਦੇ ਹਾਂ। ਅਤੇ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਵੀ ਜੇ ਤੁਹਾਨੂੰ ਸੁਣਨਾ ਆ ਗਿਆ, ਗੁਰੂ ਕੋਲ ਬੈਠਣਾ ਆ ਗਿਆ, ਗੁਰੂ ਦੀ ਜੁਗਤੀ ਇਹ ਗੱਲ ਦੱਸਦੀ ਹੈ ਵੀ ਇਹ ਚੀਜ਼ਾਂ ਬੜੀਆਂ ਪਿੱਛੇ ਰਹਿ ਜਾਣਗੀਆਂ। ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਮਹਾਰਾਜ ਕੀ ਕਹਿੰਦੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਨਾਲ ਪੜ੍ਹੀਏ ਤਾਂ ਕਿ ਸਾਡਾ ਦਿਨ ਮਨਾਇਆ ਹੋਇਆ ਗੁਰੂ ਦੇ ਹਜ਼ੂਰ ਸਫਲ ਹੋ ਜਾਏ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਵੀ ਜਦੋਂ ਸੰਗਤ ਵਿੱਚ ਬੈਠ ਗਏ, ਆ ਮਹਾਰਾਜ ਜੀ ਦੀ ਆਪਾਂ ਵਡਿਆਈ ਕਰ ਰਹੇ, ਕੋਈ ਗਾਵੇ ਕੋ ਸੁਣੈ ਹਰ ਨਾਮ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਤੇ ਮਹਾਰਾਜ ਉੱਥੇ ਕਿਹਾ ਅੰਤ ਪਰਮਗਤ ਪਾਏ, ਕਿ ਪਰਮਗਤ ਦੀ ਪ੍ਰਾਪਤੀ ਹੋਵੇਗੀ। ਭਾਵੇਂ ਕੋਈ ਗਾ ਰਿਹਾ, ਭਾਵੇਂ ਸੁਣ ਰਿਹਾ, ਇਹ ਸੰਗਤ ਕਰ ਰਿਹਾ ਆਪਾਂ ਮਹਾਰਾਜ ਜੀ ਦੀ। ਸਾਨੂੰ ਮਹਾਰਾਜ ਜੀ ਨੇ ਇੱਕ ਇਹ ਵੀ ਜੁਗਤ ਸਾਧ ਸੰਗਤ ਜੀ ਨਾਲ ਹੀ ਬਖਸ਼ਿਸ਼ ਕਰ ਦਿੱਤੀ ਵੀ ਸੁਣਨਾ ਇਸ ਤਰੀਕੇ ਦਾ ਹੋਵੇ ਵੀ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਜ਼ਰੂਰ ਹੋਵੇ, ਭਰੋਸਾ ਜ਼ਰੂਰ ਹੋਵੇ। ਧਰਮ ਦੀ ਖੇਡ ਹੀ ਆਮ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆ ਨਾ, ਆਪਾਂ ਉਹਨਾਂ ਚਿਰ ਤੱਕ ਕਿਸੇ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ ਜਿੰਨਾ ਚਿਰ ਤੱਕ ਕਿਸੇ ਚੀਜ਼ ਨੂੰ ਵੇਖ ਨਾ ਲਈਏ। ਮੈਂ ਇੱਕ ਦ੍ਰਿਸ਼ਟਾਂਤ ਦੇਣ ਲੱਗਾ ਤੁਹਾਡੇ ਚਰਨਾਂ ਦੇ ਵਿੱਚ ਕਿ ਅਸੀਂ ਕਿਸੇ ਦੇ ਉੱਪਰ ਵਿਸ਼ਵਾਸ ਉਹਨਾਂ ਚਿਰ ਤੱਕ ਨਹੀਂ ਕਰਦੇ ਜਿੰਨਾ ਚਿਰ ਤੱਕ ਵੇਖ ਨਾ ਲਈਏ। ਪਰ ਧਰਮ ਦੀ ਗੱਲ ਆਪਾਂ ਪਹਿਲਾਂ ਵੇਖਦੇ ਹਾਂ ਬਾਹਰੀ ਤੌਰ 'ਤੇ ਫਿਰ ਵਿਸ਼ਵਾਸ ਕਰਦੇ ਹਾਂ। ਪਰ ਮਹਾਰਾਜ ਜੀ ਨੇ ਸਾਨੂੰ ਇੱਕ ਨਿਵੇਕਲੀ ਜੁਗਤ ਦਿੱਤੀ ਹੈ ਵੀ ਪਹਿਲਾਂ ਵਿਸ਼ਵਾਸ ਕਰਨਾ ਤੇ ਫਿਰ ਵੇਖਣ ਵਾਲੇ ਪਾਸੇ ਤੁਰਨਾ। ਧਰਮ ਦੀ ਗੱਲ ਹੀ ਇੱਥੇ ਸ਼ੁਰੂ ਹੁੰਦੀ ਵੀ ਪਹਿਲਾਂ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ, ਪ੍ਰੇਮ ਦੀ ਖੇਡ ਹੀ ਇੱਥੋਂ ਸ਼ੁਰੂ ਹੁੰਦੀ ਹੈ। ਆਮ ਅਸੀਂ ਦੂਸਰੇ ਤਰੀਕੇ ਨਾਲ, ਸੰਸਾਰ ਦੂਸਰੇ ਤਰੀਕੇ ਨਾਲ ਚੱਲ ਰਿਹਾ, ਗੁਰੂ ਦੀ ਜੁਗਤੀ ਧਰਮ ਨੂੰ ਚਲਾਉਣ ਦੀ ਨਿਵੇਕਲੀ ਹੈ। ਮਹਾਰਾਜ ਜੀ ਜੁਗਤ ਸਾਨੂੰ ਦੇ ਰਹੇ ਨੇ, ਮਨ ਰੱਖੀਐ ਭਾਉ। ਭਾਉ ਦਾ ਅਰਥ ਸਿੱਧਾ ਜੀ ਪ੍ਰੇਮ, ਪਰਮੇਸ਼ਰ ਦੇ ਪ੍ਰਤੀ ਪ੍ਰੇਮ ਰੱਖੋ। ਤੇ ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰੂ ਤੁਹਾਡੇ ਦੁੱਖਾਂ ਦੀ ਨਿਵਰਤੀ ਕਰ ਦੇਵੇਗਾ। ਸੁਣਿਆ ਦੁੱਖ ਪਾਪ ਕਾ ਨਾਸ, ਤੇ ਸੁਣਦਿਆਂ ਹੀ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਸਾਧ ਸੰਗਤ ਜੀ, ਆਪਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤੀ ਲਿਆਈਏ। ਗੁਰੂ ਜੋਤ ਔਰ ਗੁਰੂ ਜੁਗਤੀ। ਜੋਤ ਕੀ ਹੈ? ਜੋਤ ਦੇ ਅਰਥ ਤੇ ਵੈਸੇ ਆਪਾਂ ਸਾਰਿਆਂ ਨੂੰ ਪਤਾ, ਆਪਾਂ ਕਰਾਂਗੇ ਜੋਤ ਦੇ ਅਰਥ ਚਾਨਣ। ਜੋਤ ਦੇ ਅਰਥ ਆਪਾਂ ਸਿੱਧੇ ਰੂਪ ਦੇ ਵਿੱਚ ਕਰਾਂਗੇ। ਵੈਸੇ ਤੇ ਮਹਾਨ ਕੋਸ਼ ਆਦਿਕ ਧਰਮਾਂ ਗ੍ਰੰਥਾਂ ਦੇ ਵਿੱਚ ਬੜੇ ਅਰਥ ਜਿਹੜੇ ਨੇ ਕੀਤੇ ਗਏ। 3 ਰੂਪਾਂ ਦੇ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆ ਰਿਹਾ। ਜੋ ਤੱਤੇ ਨੂੰ ਸਿਆਰੀ ਲੱਗੀ ਹੈ, ਤੱਤੇ ਨੂੰ ਔਂਕੜ ਵੀ ਲੱਗਾ, ਤੱਤਾ ਮੁਕਤਾ ਵੀ ਆ ਰਿਹਾ। ਤਿੰਨਾਂ ਦਾ ਅਰਥਾਂ ਦੇ ਵਿੱਚ ਵੀ ਥੋੜਾ ਵਖਰੇਵਾ ਬਣ ਜਾਂਦਾ। ਪਰ ਆਪਾਂ ਗੁਰੂ ਮਹਾਰਾਜ ਜੀ ਦੇ ਨਿਵੇਕਲੇ ਸਿਧਾਂਤ ਨੂੰ ਸਮਝਣਾ। ਗੁਰੂ ਦਾ ਆਪਾਂ ਅਰਥ, ਜੋਤ ਦਾ ਅਰਥ ਆਪਾਂ ਕਰਾਂਗੇ ਵੀ ਚਾਨਣਾ ਆਪਾਂ ਕਰਾਂਗੇ। ਆਪਾਂ ਕਹਿੰਦੇ ਵੀ ਉਹਦੇ ਅੱਖਾਂ ਦੀ ਜੋਤ ਚਲੀ ਗਈ, ਭਾਵ ਉਹਨੂੰ ਦਿਸਣਾ ਬੰਦ ਹੋ ਗਿਆ। ਜੁਗਤੀ ਦਾ ਅਰਥ ਸਾਧ ਸੰਗਤ ਜੀ ਕਰਾਂਗੇ ਵੀ ਕੋਈ ਚੀਜ਼ ਆਂਦੇ ਵੀ ਫਲਾਣੇ ਨੂੰ ਇਸ ਚੀਜ਼ ਦੀ ਜੁਗਤ ਨਹੀਂ, ਭਾਵ ਉਹਦੇ ਕੋਲ ਢੰਗ ਨਹੀਂ, ਤਰੀਕਾ ਨਹੀਂ, ਸਲੀਕਾ ਨਹੀਂ, ਉਹਨੂੰ ਗਿਆਨ ਨਹੀਂ, ਉਹਨੂੰ ਜਾਚ ਨਹੀਂ। ਇਹ ਸਾਰੇ ਜੁਗਤੀ ਦੇ ਅਰਥ ਨੇ। ਜੋਤ ਦਾ ਅਰਥ ਵੀ ਆਪਾਂ ਫੇਰ ਸਮਝ ਲਈਏ ਵੀ ਜੋਤ ਦਾ ਅਰਥ ਕਰਾਂਗੇ ਵੀ ਉਹਨੂੰ ਦਿਸ ਨਹੀਂ ਰਿਹਾ, ਉਹਦੇ ਕੋਲ ਚਾਨਣ ਨਹੀਂ। ਜੁਗਤੀ ਦਾ ਭਾਵ ਉਹਨੂੰ ਜੀਵਨ ਦੀ ਜਾਚ ਨਹੀਂ। ਹੁਣ ਜੋਤ ਦਾ ਸੰਬੰਧ ਅੱਖਾਂ ਦੇ ਨਾਲ ਹੈ, ਜੁਗਤ ਦਾ ਸੰਬੰਧ ਗਿਆਨ ਦੇ ਨਾਲ ਹੈ। ਹੁਣ ਵੇਖੋ, ਮੈਂ ਤੁਹਾਡੇ ਅੱਗੇ ਬੇਨਤੀ ਕਰਨ ਲੱਗਾ ਵੀ ਜੋਤ ਜਿਹੜੀ ਪਰਮੇਸ਼ਰ ਨੇ, ਵੇਖੋ ਸਾਡੇ ਸਰੀਰ ਦਾ ਢਾਂਚਾ ਕੈਸਾ ਬਣਾਇਆ। ਸਾਡੇ ਪੈਰ ਜਿਹੜੇ ਨੇ, ਹੁਣ ਜਦੋਂ ਆਪਾਂ ਕੋਈ ਚੀਜ਼ ਵੇਖਦੇ ਆ, ਸਾਡੀਆਂ ਅੱਖਾਂ ਉਸ ਚੀਜ਼ ਨੂੰ ਵੇਖਦੀਆਂ, ਤੇ ਜਦੋਂ ਆਪਾਂ ਉਸ ਚੀਜ਼ ਤੱਕ ਪਹੁੰਚਣੀ ਹੁੰਦੀ, ਸਾਨੂੰ ਪੈਰ ਉਸ ਚੀਜ਼ ਕੋਲ ਲੈ ਕੇ ਜਾਂਦੇ। ਫਿਰ ਗੱਲ ਧਿਆਨ ਨਾਲ ਸੁਣਨਾ ਵੀ ਮਹਾਰਾਜ ਜੀ ਦੀ ਬਾਣੀ ਨੂੰ ਆਪਾਂ ਸਮਝਣ ਵਾਸਤੇ ਹੈ ਵੀ ਕਿਸੇ ਚੀਜ਼ ਨੂੰ ਆਪਾਂ ਵੇਖਦੇ ਕਿਵੇਂ ਜੀ? ਆਪਣੇ ਨੇਤਰਾਂ ਨਾਲ, ਅੱਖਾਂ ਨਾਲ।
ਫਿਰ ਉਹ ਸਾਡੀ ਚੀਜ਼ ਤੱਕ ਪਹੁੰਚ ਕਿਵੇਂ ਬਣਦੇ ਆ, ਉਸ ਚੀਜ਼ ਤੱਕ ਸਾਨੂੰ ਸਾਡੇ ਪੈਰ ਲੈ ਕੇ ਜਾਂਦੇ। ਤੇ ਹੁਣ ਆਪਣੇ ਮਹਾਰਾਜ ਜੀ ਦੇ ਸਰੀਰਕ ਢਾਂਚੇ ਵੱਲ ਵੇਖੀ, ਜਿਹੜਾ ਸਾਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤਾ। ਅੱਖਾਂ ਮਹਾਰਾਜ ਨੇ ਸਭ ਤੋਂ ਉੱਪਰ ਲਾਈਆਂ, ਅੱਖਾਂ ਸਰੀਰ ਦੇ ਸਭ ਤੋਂ ਉੱਪਰ ਲਾਈਆਂ, ਪੈਰ ਥੱਲੇ ਲਾਏ। ਕਹਿਣ ਤੋਂ ਭਾਵ ਵੀ ਮਹਾਰਾਜ ਜੀ ਨੇ ਸਾਡੀ ਬਣਤਰ ਅਕਾਲ ਪੁਰਖ ਨੇ ਐਸੀ ਬਣਾਤੀ ਵੀ ਜੋਤ ਜਿਹੜੀ ਇਹਨੂੰ ਦੂਰ ਤੱਕ ਵਿਖਦਾ ਰਵੇ, ਦ੍ਰਿਸ਼ਟੀ ਇਹਦੀ ਲੰਬੇਰੀ ਹੋਵੇ ਤੇ ਪੈਰਾਂ ਨਾਲ ਚੱਲ ਕੇ ਉਸ ਚੀਜ਼ ਤੱਕ ਇਹ ਪਹੁੰਚ ਬਣਾ ਸਕੇ। ਜੋਤ ਜਿਹੜੀ ਮਹਾਰਾਜ ਜੀ ਦਾ ਗਿਆਨ ਉਹਨੂੰ ਉੱਚਾ ਰੱਖ ਲਿਆ। ਤੇ ਜੁਗਤੀ ਜਿਹੜੀ ਜੀਵਨ ਦੀ ਉਹ ਮਹਾਰਾਜ ਜੀ ਨੇ ਸਾਨੂੰ ਨਾਲ ਨਾਲ ਬਖਸ਼ਿਸ਼ ਕਰ ਦਿੱਤੀ, ਬਾਣੀ ਸਾਨੂੰ ਨਾਲ ਨਾਲ ਦੇ ਦਿੱਤੀ। ਗਾਵੀ ਹੈ ਸੁਣੀ ਹੈ ਮਨ ਰੱਖੀ ਹੈ ਭਾਓ, ਦੁੱਖ ਪਰ ਹਰ ਸੁੱਖ ਕਰ ਲਿਆ ਜਾਏ। ਸਤ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਬਾਣੀ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਬਾਣੀ ਦੇ ਵਿੱਚ ਬੜੇ ਬੜੇ ਪਿਆਰੇ ਵਾਰਤਾਲਾਪ, ਕੁਝ ਗੁਰੂ ਇਤਿਹਾਸ ਦੇ ਵਿੱਚ ਵੀ ਬੜੇ ਬੜੇ ਪਿਆਰੇ ਵਾਰਤਾਲਾਪ ਹੋਏ। ਇੱਕ ਸ਼ਾਹ ਸ਼ਰਫ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਸਰੂਰ ਵਾਲੇ ਇਲਾਕੇ ਨੂੰ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਇੰਨੇ ਨਵੇਕਲੇ ਪ੍ਰਸ਼ਨ ਜਿਹੜੇ ਆ, ਇੱਕ ਕੁਹਾਟ ਇਲਾਕਾ ਹੈ ਪਸਰੂਰ, ਇੱਧਰ ਪਾਕਿਸਤਾਨ ਵਾਲੇ ਪਾਸੇ। ਉੱਥੇ ਜਦੋਂ ਤੁਸੀਂ ਗੂਗਲ ਦੇ ਉੱਪਰ ਸਰਚ ਕਰੋਗੇ, ਅੱਜ ਉੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਅਸਥਾਨ ਹੈ, ਪਾਤਸ਼ਾਹੀ ਪਹਿਲੀ ਤਿਲਗੰਜੀ ਅਸਥਾਨ ਹੈ। ਉੱਥੇ ਕੰਨ ਪਟੇ ਜੋਗੀ, ਬਾਲ ਗੁੰਦਾਈ ਜੋਗੀ ਜਿਹੜਾ ਸੀ ਉੱਥੇ ਰਹਿੰਦਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਪਜੀ ਸਾਹਿਬ ਜਿਹੜੀ ਨਾ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ, ਇਹ ਵਿਚਾਰ ਚਰਚਾ ਹੋਈ ਜੀ ਬਾਲ ਗੁੰਦਾਈ ਦੇ ਨਾਲ ਪਸਰੂਰ ਦੇ ਇਲਾਕੇ ਦੇ, ਜਿੱਥੇ ਗੁਰਦੁਆਰਾ ਕੁਹਾੜ ਜਿਹੜਾ ਜ਼ਿਲ੍ਹਾ ਹੈ, ਉਸ ਅਸਥਾਨ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਦੇ ਬਾਬਤ ਵਿਚਾਰ ਹੁੰਦੀ ਬਾਲ ਗੁੰਦਾਈ ਦੀ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਬਾਲ ਗੁੰਦਾਈ ਨੂੰ ਸਾਰਾ ਉਪਦੇਸ਼ ਵੀ ਮੁੰਦਾ ਇਸ ਚੀਜ਼ ਦੀ ਹੋਵੇ, ਸੰਤੋਖ ਆ ਹੋਵੇ, ਧਿਆਨ ਇਸ ਚੀਜ਼ ਦਾ ਹੋਵੇ, ਉਹ ਸਾਰਾ ਉਪਦੇਸ਼ ਜੇ ਆਪਾਂ ਇਸ ਚੀਜ਼ ਦੀ ਵਿਚਾਰ ਵੱਲ ਜਾਵਾਂਗੇ ਬੜਾ ਲੰਬੇਰਾ ਚਲੇ ਜਾਵਾਂਗੇ ਵੀ ਮਹਾਰਾਜ ਜੀ ਦੀ ਜੁਗਤੀ ਕਿਸ ਤਰ੍ਹਾਂ ਦੀ ਸੀ ਸਮਝਾਉਣ ਦੀ। ਤੇ ਉੱਥੇ ਸਾਧ ਸੰਗਤ ਜਦੋਂ ਬਾਲ ਗੁੰਦਾਈ ਦੇ ਨਾਲ ਵਿਚਾਰ ਚਰਚਾ ਹੋ ਰਹੇ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਕਾਫੀ ਦਿਨ ਉਸ ਇਲਾਕੇ ਦੇ ਵਿੱਚ ਰਹੇ। ਤੇ ਲਾਗੇ ਜਿੰਨੇ ਵਿਦਵਾਨ ਸਿੱਧ ਸੀ, ਵਿਦਵਾਨ ਜੋਗੀ ਸੀ, ਜਿਹੜੇ ਗਿਆਨ ਰੱਖਦੇ ਸੀ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਵਾਰਤਾਲਾਪ ਕਰਨ ਵਾਸਤੇ ਤੇ ਤਿਲਗੰਜੀ ਦੇ ਅਸਥਾਨ ਤੇ, ਗੁਰਦੁਆਰਾ ਤਿਲਗੰਜੀ ਸਾਹਿਬ, ਗਿਆਨੀ ਠਾਕੁਰ ਸਿੰਘ ਜੀ ਗੁਰਦੁਆਰਾ ਦਰਸ਼ਨ ਦੇ ਵਿੱਚ ਇਹਦਾ ਇਤਿਹਾਸ ਦਿੱਤਾ ਵੀ ਗੁਰੂ ਬਾਬੇ ਦੀ ਜੁਗਤ ਕੈਸੀ ਸੀ ਸਮਝਾਉਣ ਦੀ। ਉਹ ਬਾਲ ਗੁੰਦਾਈ ਨੂੰ ਤੇ ਮਹਾਰਾਜ ਨੇ ਉਪਦੇਸ਼ ਦਿੱਤਾ, ਪਰ ਦੂਸਰੇ ਸਿੱਧ ਨਾ ਮੰਨੇ। ਆਈ ਪੰਥੀ ਸਗਲ ਜਮਾਤੀ, ਜਿਹੜੇ ਉਹ ਆਈ ਪੰਥੀ ਜੋਗੀਆਂ ਦੇ 12 ਫਿਰਕੇ ਆ, ਇੱਕ ਆਈ ਫਿਰਕਾ ਵੀ ਉਹਨਾਂ ਦੇ ਵਿੱਚੋਂ, ਜਿਹਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਜੀ ਦੇ ਵਿੱਚ ਕੀਤੀ। ਤੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਕਰਦਿਆਂ ਇਸ ਨਤੀਜੇ ਤੇ ਪਹੁੰਚੇ ਵੀ ਬਾਬਾ, ਅੱਜ ਅਸੀਂ ਤੈਨੂੰ ਇੱਕ ਅਖੀਰਲਾ ਪ੍ਰਸ਼ਨ ਕਰਨ ਲੱਗੇ ਹਾਂ। ਜੇ ਤੁਸੀਂ ਸਾਨੂੰ ਇਸ ਪ੍ਰਸ਼ਨ ਦਾ ਉੱਤਰ ਠੀਕ ਤਰੀਕੇ ਨਾਲ ਦੇ ਦਿੱਤਾ, ਅਸੀਂ ਤੁਹਾਡੀ ਸਿੱਖਿਆ ਨੂੰ ਪ੍ਰਵਾਨ ਕਰ ਲਵਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਗਏ? ਕੁਹਾਟ ਪਸਰੂਰ ਦਾ ਇਲਾਕਾ ਸਾਧ ਸੰਗਤ ਜੀ। ਤੇ ਬਾਲ ਗੁੰਦਾਈ ਸਿੱਧ ਜੋਗੀਆਂ ਦੇ ਨਾਲ ਮਹਾਰਾਜ ਜੀ ਦਾ ਵਾਰਤਾਲਾਪ ਹੋਈ, ਚਰਚਾ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਈ ਦਿਨ ਠਹਿਰੇ। ਬਾਬਾ, ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇ ਦੇਵੇਂ ਤੇ ਅਸੀਂ ਤੇਰੀ ਸਿੱਖਿਆ ਨੂੰ ਪ੍ਰਵਾਨ ਕਰ ਲਵਾਂਗੇ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਜੋ ਤੁਹਾਡਾ ਪ੍ਰਸ਼ਨ ਹੈ ਤੁਸੀਂ ਅੱਗੇ ਰੱਖੋ। ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜੀ ਜਾਏ ਪ੍ਰਸ਼ਨ ਕੀ ਕੀਤਾ ਵੀ ਇੱਕ ਤਿਲ ਦਾ ਦਾਣਾ, ਆਪਾਂ ਸਾਰਿਆਂ ਵੇਖਿਓਗੇ ਵੀ ਤਿਲ ਘਰਾਂ ਦੇ ਵਿੱਚ ਆਪਾਂ ਬੱਚੇ ਰਿਓੜੀਆਂ ਖਾਂਦੇ, ਉਹਨਾਂ ਦੇ ਉੱਪਰ ਤੇਲ ਲੱਗੇ ਹੁੰਦੇ। ਇਹਨਾਂ ਦੀ ਖੇਤੀ, ਇਹਨਾਂ ਦਾ ਤਿਲਾਂ ਦਾ ਤੇਲ ਨਿਕਲਦਾ ਹੈ, ਇਹਦੀ ਵੀ ਇੱਕ ਖੇਤੀ ਹੈ। ਤੇ ਤਿਲ ਦਾ ਦਾਣਾ ਜਿਹੜਾ ਹੈ, ਨਾ ਉਹਦਾ ਵਜ਼ਨ ਹੈ, ਨਾ ਉਹ ਛੇਤੀ ਕੀਤਿਆਂ ਹੱਥ ਦੇ ਵਿੱਚ ਫੜਿਆ ਜਾਂਦਾ। ਤੇ ਜੋਗੀਆਂ ਦੀ ਇੱਕ ਬੜੀ ਵੱਡੀ ਜਮਾਤ ਉਸ ਸਥਾਨ ਤੇ ਇਕੱਠੀ ਹੋਈ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗਿਆਨ ਪਰਖਣਾ ਚਾਹੁੰਦੇ ਸੀ, ਵੇਖਣਾ ਚਾਹੁੰਦੇ ਸੀ ਵੀ ਇਹਨਾਂ ਇਲਾਕੇ ਦੇ ਵਿੱਚ ਵਿਚਰ ਰਹੇ ਆ, ਕਿਸ ਤਰੀਕੇ ਦੀ ਸਿੱਖਿਆ ਸੰਗਤ ਨੂੰ ਇਹ ਦੇ ਰਿਹਾ। ਤੇ ਗੁਰੂ ਬਾਬਾ ਜੀ ਦੀ ਪ੍ਰੀਖਿਆ ਲੈਣ ਵਾਸਤੇ ਸਾਧ ਸੰਗਤ ਜੀ ਉਹਨਾਂ ਸਿੱਧ ਜੋਗੀਆਂ ਕੀ ਕੀਤਾ ਵੀ ਇੱਕ ਤਿਲ ਦਾ ਦਾਣਾ ਆਪਣੀ ਤਲੀ ਦੇ ਉੱਪਰ ਰੱਖਿਆ,
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਮੋਠ ਮਿੱਟੀ। ਪਹਿਲਾਂ ਤਾਂ ਕਹਿੰਦੇ ਵੀ ਸਾਡੀ ਤਲੀ ਦੇ ਵਿੱਚ ਕੀ ਹੈ, ਉਹ ਬੜਾ ਲੰਬੇਰੀ ਵਿਚਾਰ ਚਰਚਾ, ਬੜੀ ਲੰਬੀ ਗੋਸ਼ਟ ਹੋਈ। ਤੇ ਗੁਰੂ ਬਾਬਾ ਜੀ ਨੇ ਉੱਤਰ ਦੇ ਦਿੱਤਾ ਤੇ ਕਹਿੰਦੇ ਵੀ ਅਸੀਂ ਤੁਹਾਡੀ ਸਿੱਖਿਆ ਨੂੰ ਤਾਂ ਪ੍ਰਵਾਨ ਕਰਾਂਗੇ ਜੇ ਤੁਸੀਂ ਇਹ ਤਿਲ ਦਾ ਦਾਣਾ ਸਾਨੂੰ ਸਾਰਿਆਂ ਨੂੰ ਬਰਾਬਰ ਵੰਡ ਦਿਓ। ਹੁਣ ਵੇਖੋ ਗੁਰੂ ਦੀ ਜੁਗਤੀ ਕੀ ਹੈ, ਗੁਰੂ ਕਿਸ ਜੁਗਤ ਨਾਲ ਸਮਝਾਉਂਦਾ ਹੈ, ਕਿਸ ਤਰ੍ਹਾਂ ਦਾ ਦ੍ਰਿਸ਼ਟਾਂਤ ਦਿੰਦਾ ਹੈ, ਕਿਸ ਤਰੀਕੇ ਦੀ ਸਿੱਖਿਆ ਦੇ ਕੇ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ। ਜੋਗੀਆਂ ਦਾ ਪ੍ਰਸ਼ਨ ਕੀ ਹੈ? ਜੋਗੀਆਂ ਦੀ ਤਾਦਾਦ ਸੈਂਕੜਿਆਂ ਦੇ ਵਿੱਚ, ਹਜ਼ਾਰਾਂ ਦੇ ਵਿੱਚ, ਬੜਾ ਇਕੱਠ ਉਹਨਾਂ ਕਰ ਲਿਆ ਸਿੱਧਾਂ ਨੇ। ਤੇ ਪ੍ਰੀਖਿਆ ਮਹਾਰਾਜ ਜੀ ਦੀ ਇਹ ਲੈ ਰਿਹਾ ਵੀ ਇੱਕ ਤਿਲ ਦਾ ਦਾਣਾ ਦਿੱਤਾ, ਵੀ ਕਹਿੰਦੇ ਵੀ ਸਾਰਿਆਂ ਵਿੱਚ ਬਰਾਬਰ ਵੰਡ ਕੇ ਵਿਖਾਓ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਇੱਕ ਗੱਲ ਹੋਰ ਵੀ ਸਿੱਖਣ ਵਾਲੀ ਹੈ। ਆਮ ਅਸੀਂ ਜੀਵਨ ਦੇ ਵਿੱਚ ਜਦੋਂ ਸਾਡੇ ਸਾਹਮਣੇ ਕਿਤੇ ਮੁਸ਼ਕਲ ਆਉਂਦੀ, ਪਰਿਵਾਰ ਦੇ ਵਿੱਚ ਵਿਪਤਾ ਦਾ ਸਮਾਂ ਆਉਂਦਾ, ਪਿਛਲੇ ਦਿਨੀ ਮੈਂ ਥੋੜਾ ਜਿਹਾ ਇੱਕ ਹਿੰਟ ਤੁਹਾਡੇ ਕੋਲ ਮਾਫੀ ਲੈ ਲਗਾ, ਬਾਹਰ ਨਿਕਲ ਲੱਗਾ। ਨਾਗਪੁਰ ਤੋਂ ਸਾਡੇ ਪ੍ਰੇਮ ਰੱਖਣ ਵਾਲੇ ਵੀ ਜਦੋਂ ਕੋਈ ਮੁਸ਼ਕਲ ਆਉਂਦੀ ਅਸੀਂ ਤਿਲ ਮਿਲਾ ਉੱਠਦੇ ਆ, ਸਾਹਮਣਾ ਨਹੀਂ ਕਰ ਪਾਉਂਦੇ। ਨਾਗਪੁਰ ਤੋਂ ਕਿਸੇ ਸਿੱਖ ਨੇ ਫੋਨ ਕੀਤਾ ਵੀ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੈਂ ਉਸ ਦਿਨ ਬਾਹਰ ਪ੍ਰੋਗਰਾਮ ਤੇ ਸੀ ਰਾਤ। ਭਾਈ ਸਾਹਿਬ ਅਸੀਂ ਨਾ ਕੋਈ ਕਾਰੋਬਾਰ ਸ਼ੁਰੂ ਕਰਨਾ, ਜਦੋਂ ਕਾਰੋਬਾਰ ਸ਼ੁਰੂ ਕਰਨ ਦੀ ਆਪਾਂ ਗੱਲ ਕਰਦੇ ਆ, ਪਰਿਵਾਰ ਦੇ ਵਿੱਚ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ ਤੇ ਕੀ ਸਾਨੂੰ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹੁਣ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਵੱਲ ਵੇਖ ਲਈਏ। ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਕਿਹੜੀਆਂ ਮੁਸ਼ਕਲਾਂ ਆਈਆਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਹੁਤ ਘੱਟ ਉਸ ਸਮੇਂ ਦੇ ਲੋਕਾਂ ਨੇ ਪਹਿਲਾਂ ਸਮਝਿਆ। ਮਹਾਰਾਜ ਨੂੰ ਕੀ ਕਿਹਾ? ਕੋਈ ਆਖੈ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੋਰਾਨਾ। ਕਿਸੇ ਨੇ ਕਹਿਤਾ ਵੀ ਭੂਤ ਨਾ ਬਿਤਾ, ਮੈਂ ਮਾਫ ਕਰਨਾ ਸ਼ਬਦ ਵਰਤਣ ਲੱਗਾ, ਮਹਾਰਾਜ ਦੀ ਬਾਣੀ ਵਿੱਚੋਂ ਨੇ, ਵੀ ਮਹਾਰਾਜ ਦੇ ਸਾਹਮਣੇ ਕਿਹੜੀਆਂ ਮੁਸ਼ਕਲਾਂ ਆਈਆਂ। ਜੇ ਮੁੱਦੀਖਾਨੇ ਦੀ ਮਹਾਰਾਜ ਦੀ ਸੇਵਾ ਕਰ ਰਿਹਾ ਤੇ ਜਿਹੜੇ ਥੱਲੇ ਸੇਵਾ ਕਰਨ ਵਾਲੇ ਉਹਨਾਂ ਜਾ ਕੇ ਨਵਾਬ ਦੇ ਕੋਲ ਸ਼ਿਕਾਇਤ ਲਾਤੀ ਵੀ ਇਹ ਘਪਲਾ ਕਰ ਰਿਹਾ, ਇਹਨੂੰ ਗਿਣਤੀ ਨਹੀਂ ਆਉਂਦੀ, 13 ਤੋਂ ਵੱਧ ਤੋਲ ਨਹੀਂ ਸਕਦਾ। ਤੇ ਜਿਸ ਦਿਨ ਹਿਸਾਬ ਹੋਇਆ ਤੇ ਕਿੰਨਾ ਲੇਖਾ ਮਹਾਰਾਜ ਦਾ ਸੁਲਤਾਨਪੁਰ ਦੇ ਵਿੱਚ ਵਧਿਆ। ਬੜੀਆਂ ਮੁਸ਼ਕਲਾਂ ਮਹਾਰਾਜ ਨੂੰ ਪ੍ਰਚਾਰ ਕਰਨ ਦੇ ਵਿੱਚ ਵੀ ਆਈਆਂ। ਤੇ ਜਦੋਂ ਸਾਡੇ ਸਾਹਮਣੇ ਮੁਸ਼ਕਲ ਆਵੇ, ਮਹਾਰਾਜ ਨੇ ਸਾਨੂੰ ਸਿਧਾਂਤ ਦੇ ਦਿੱਤਾ ਵੀ ਗੁਰੂ ਕਾ ਸਿੱਖ ਘਬਰਾਵੇ ਨਾ, ਬਾਣੀ ਦਾ ਆਸਰਾ ਲਵੇ, ਜਪਜੀ ਸਾਹਿਬ ਦਾ ਪਾਠ ਧਾਰਨੀ ਜ਼ਰੂਰ ਹੋਵੇ ਤੇ ਸ਼ਬਦ ਤੁਹਾਨੂੰ ਅੰਦਰੋਂ ਜਿਹੜਾ ਪ੍ਰੋੜਤਾ ਦੇਵੇਗਾ, ਦ੍ਰਿੜਤਾ ਦੇਵੇਗਾ, ਡੋਲਣ ਤੋਂ ਬਚ ਜਾਓਗੇ। ਮੁਸ਼ਕਲ ਦਾ ਸਾਹਮਣਾ ਵੀ ਤੁਸੀਂ ਬੜੀ ਦ੍ਰਿੜਤਾ ਦੇ ਨਾਲ ਕਰੋਗੇ। ਹੁਣ ਮਹਾਰਾਜ ਜੀ ਨੇ ਇਹ ਹੀ ਚੀਜ਼ਾਂ, ਹੁਣ ਸਾਹਿਬਜ਼ਾਦੇ ਥੱਲੇ ਆਪਾਂ ਜਲਪਣੀ ਛਕ ਰਹੇ ਸੀ, ਉੱਥੇ ਇੱਕ ਗੱਲ ਲਿਖੀ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਦ੍ਰਿੜਤਾ ਮਿਲਦੀ ਹੈ, ਮੁਸ਼ਕਲ ਦਾ ਸਾਹਮਣਾ ਕਰਨ ਦਾ ਸਾਹਸ ਮਿਲਦਾ ਹੈ, ਦੁਸ਼ਮਣ ਦੇਖ ਕੇ ਨਾ ਘਬਰਾਉਣ ਦਾ ਜਿਹੜਾ ਜ਼ੁਰਤ ਹੈ ਉਹ ਸਾਡੇ ਅੰਦਰ ਪੈਦਾ ਹੁੰਦੀ। ਉਹੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ। ਗਿਆਨ ਕੀ ਦੇ ਰਿਹਾ ਹੈ, ਜੁਗਤ ਕੀ ਦੇ ਰਿਹਾ ਹੈ। ਸਿੱਧ ਕਹਿ ਰਿਹਾ ਵੀ ਬਾਬਾ ਇਹ ਤਿਲ ਬਰਾਬਰ ਵੰਡ ਕੇ ਵਿਖਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੋਂ ਸਿੱਧਾਂ ਨੂੰ ਕਹਿੰਦੇ ਵੀ ਠੀਕ ਹੈ ਵੰਡਿਆ ਜਾਏਗਾ, ਪਰ ਸਾਡੀ ਜਵਾਬ ਦੇਣ ਦੀ, ਤੁਸੀਂ ਸਵਾਲ ਕੀਤਾ, ਸਾਡੀ ਉੱਤਰ ਦੇਣ ਦੀ ਵੀ ਇੱਕ ਆਪਣੀ ਮਰਿਆਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਸਵਾਲ ਕਰ ਰਹੇ ਵੀ ਬਰਾਬਰ ਵੰਡ ਕੇ ਵਿਖਾਓ, ਵੀ ਤਿਲ ਦਾ ਦਾਣਾ ਕਿਵੇਂ ਬਰਾਬਰ ਵੰਡੋਗੇ। ਮਹਾਰਾਜ ਜੀ ਕਹਿੰਦੇ ਸਾਡੀ ਨਾ ਉੱਤਰ ਦੇਣ ਦੀ ਇੱਕ ਆਪਣੀ ਖਾਸ ਮਰਿਆਦਾ ਹੈ। ਤੁਹਾਨੂੰ ਸਾਡਾ ਉੱਤਰ ਦੇਣ ਵਾਸਤੇ ਜਲ ਲਿਆਉਣਾ ਪਵੇਗਾ। ਮਹਾਰਾਜ ਜੀ ਕੀ ਕਹਿੰਦੇ ਵੀ ਜਲ ਲਿਆਉਣਾ ਪਵੇਗਾ। ਤੇ ਗੁਰੂ ਬਾਬਾ ਜੀ ਦਾ ਉੱਤਰ ਪਾ ਕੇ ਸੁੱਧ ਜੋਗੀਆਂ ਨੂੰ ਅਸੀਂ ਵੀ ਜਲ ਲਿਆ। ਉਹਨੇ ਇੱਕ ਸਿੱਧ ਨੂੰ ਭੇਜਿਆ, ਜੋਗੀ ਨੂੰ ਭੇਜਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਜਲ ਮੰਗਿਆ, ਜਲ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਜਲ ਲੈਣ ਦਾ ਮਹਾਰਾਜ ਜੀ ਕਹਿੰਦੇ ਇੱਕ ਡੰਡਾ ਲੈ ਕੇ ਆਓ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਇੱਕ ਡੰਡਾ ਲੈ ਕੇ ਆਓ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਫਿਰ ਪਾਈ ਵੀ ਸਾਡਾ ਜਵਾਬ ਦੇਣ ਦਾ, ਉੱਤਰ ਦੇਣ ਦੀ ਇੱਕ ਆਪਸ ਆਪਣੀ ਖਾਸ ਮਰਿਆਦਾ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਾਣੀ ਦੇ ਵਿੱਚ ਉਸ ਤੇਲ ਨੂੰ ਸੁੱਟਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਡੰਡੇ ਦੇ ਨਾਲ ਉਸ ਤੇਲ ਨੂੰ ਰਗੜਿਆ, ਪਾਣੀ ਦੇ ਵਿੱਚ ਰਗੜ ਕੇ ਘੋਲ ਦਿੱਤਾ। ਤੇ ਜੁਗਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਦਿੱਤੀ, ਉਹ ਤਿਲ ਦੀ ਬਰਾਬਰ ਵੰਡ ਕੇ ਛਕਣ ਦੀ ਮਹਾਰਾਜ ਨੇ ਮਰਿਆਦਾ ਇੱਥੋਂ ਆਰੰਭ ਕੀਤੀ। ਉਸ ਤਿਲ ਨੂੰ ਮਹਾਰਾਜ ਨੇ ਚੁਲਾ ਸਾਰੇ ਜੋਗੀਆਂ ਨੂੰ ਛਕਾਤਾ ਵੀ ਲਓ, ਇਹ ਬਰਾਬਰ ਮਾਤਰਾ ਦੇ ਵਿੱਚ ਤੁਹਾਡੇ ਵਿੱਚ ਵੰਡਿਆ ਗਿਆ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ। ਸਾਧ ਸੰਗਤ ਜੀ, ਅੱਜ ਉਹ ਅਸਥਾਨ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਕਿ ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਪੰਜਾ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਅਸਥਾਨ ਦੇ ਜਿਹੜੇ ਬਾਲਪਨ ਦੇ ਚੋਜ ਨੇ ਮਹਾਰਾਜ ਦੇ, ਸਾਰੇ ਅਸਥਾਨ ਸਾਡੇ ਤੋਂ ਵਿਛੜ ਚੁੱਕੇ। ਇਹ ਅਸਥਾਨ ਵੀ ਵਿਛੜ ਚੁੱਕੇ। ਇਹ ਅਸਥਾਨ ਬਾਹਰ ਪਹਾੜੀ ਦੇ ਉੱਪਰ ਹੈ, ਬੜੀ ਖਸਤਾ ਹਾਲਤ ਦੇ ਵਿੱਚ। ਇੱਕ ਛੋਟਾ ਜਿਹਾ ਥੜਾ ਸਿਰਫ ਬਚਿਆ। ਸਾਧ ਸੰਗਤ ਜੀ, ਸੋਸ਼ਲ ਮੀਡੀਆ ਤੇ ਤੁਸੀਂ ਗੂਗਲ ਦੇ ਵਿੱਚ ਸਰਚ ਕਰਕੇ ਵੇਖ ਲਿਓ, ਗੁਰਦੁਆਰਾ ਤਿਲਗੰਜੀ ਸਾਹਿਬ। ਉਸ ਅਸਥਾਨ ਤੇ ਗੁਰਦੁਆਰਾ ਪਾਤਸ਼ਾਹੀ ਪਹਿਲੀ ਤਿਲਗੰਜੀ ਸਾਹਿਬ ਸੁਸ਼ੋਭਿਤ ਹੈ। ਗੁਰੂ ਦੀ ਜੁਗਤੀ, ਗੁਰੂ ਦਾ ਗਿਆਨ ਦੇਣ ਦਾ ਢੰਗ, ਗੁਰੂ ਦਾ ਸਮਝਾਉਣ ਦਾ ਨਵੇਕਲਾ ਢੰਗ, ਗੁਰੂ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਜੀਵਨ ਜਿਹੜੀ ਤਬਦੀਲੀ ਇਸ ਤਰ੍ਹਾਂ ਕਰਦੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਆਪਾਂ ਜੋ ਦੋਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਸਤ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿੰਨੀ ਆਪਾਂ ਸੁਣੀ ਅਰਦਾਸ, ਸੁਆਮੀ ਮੇਰਾ ਸਰਬ ਕਲਾ ਬਣਾਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਜੇ ਕੋ ਜਿਉ ਕਹੇ ਉਹਨਾਂ ਕੋ, ਜਮ ਕੀ ਤਲਬ ਨਾ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿੰਨੀ ਆਪਾਂ ਵਡਿਆਈ ਕਰਾਂਗੇ, ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਵਡਿਆਈ ਕੀਤੀ। ਇਹ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹੋਰ ਸਿਫਤ ਕੀਤੀ ਮਹਾਰਾਜ ਨੇ ਬਾਣੀ ਵਿੱਚ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਭੱਟ ਸਾਹਿਬਾਨ ਜੀ ਨੇ ਬੜੀ ਸਿਫਤ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਦੀ ਜਿੰਨੀ ਸਿਫਤ ਕਰਾਂਗੇ, ਜਿੰਨੇ ਗੁਣ ਗਾਵਾਂਗੇ, ਇਹ ਸਤਿਗੁਰੂ ਮਹਿਮਾ ਹੈ। ਇਹਦੇ ਨਾਲ ਵੀ ਜੀਵਨ ਦੇ ਵਿੱਚ ਬੜੀ ਵੱਡੀ ਜੁਗਤੀ, ਬੜਾ ਵੱਡਾ ਮਹਾਰਾਜ ਜੀ ਗਿਆਨ ਬਖਸ਼ਿਸ਼ ਕਰਦੇ। ਭੱਟ ਸਾਹਿਬਾਨ ਕੀ ਬਾਣੀ ਵਿੱਚ ਬਖਸ਼ਿਸ਼ ਕਰਦੇ, ਸਤ ਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਉਗਰ ਸੈਣ ਕਉ ਰਾਜ, ਅਪੈ ਭਗਤੇ ਜਨ ਦੀਓ। ਕਾਲ ਜੁਗ ਪ੍ਰਮਾਣ ਨਾਨਕ ਗੁਰ, ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬ ਚਲ ਅਟਲ, ਆਦ ਪੁਰਖ ਫਰਮਾਇਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੇ ਵਡਿਆਈ ਸਿੱਖਣੀ ਨਾ ਹੋਵੇ ਸਾਧ ਸੰਗਤ ਜੀ, ਕਿਤੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਮਨ ਚਿੱਤ ਲਗਾ ਕੇ ਪੜ੍ਹਿਓ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਜਾ ਬਾਗ ਮੁਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹੱਜ ਗੁਜ਼ਾਰੀ। ਜਾਂ ਬਾਬਾ ਰੁੱਤ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ, ਟੰਗੋ ਜੀਵਨ ਮਾਰੀ ਲੱਤ ਦੇ, ਕਿਹੜਾ ਸੁੱਤਾ ਕੁਫਰ ਕੁਫਾਰੀ। ਟੰਗੋਂ ਪਕੜ ਕਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਹਾਰੀ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਸਾਧ ਸੰਗਤ ਜੀ, ਇੱਥੇ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ। ਆਮ ਆਪਾਂ ਜਦੋਂ ਇਸ ਵਾਰ ਦਾ ਪਾਠ ਦਾ ਕੀਰਤਨ ਕਰਦੇ ਹਾਂ, ਛੋਟੇ ਬੱਚਿਆਂ ਦੇ ਆਪਾਂ ਗੁਰਬਾਣੀ ਦੇ ਕੈਂਪ ਜਿਹੜੇ ਆ ਉਹ ਵੀ ਨਗਰਾਂ ਦੇ ਵਿੱਚ ਲੱਗਦੇ। ਉਸ ਦਿਨ ਇੱਕ ਦਿਨ ਵਾਰਾਂ ਦੇ ਵਿੱਚ ਉਹ ਸਵਾਲ ਆਇਆ ਸੀ, ਤੇ ਬੱਚਿਆਂ ਨੂੰ ਸਵਾਲ ਪੁੱਛਿਆ ਗਿਆ ਵੀ ਇਸ ਪੰਕਤੀ ਦੇ ਅਰਥ ਆਪਾਂ ਕੀ ਕਰਾਂਗੇ, ਵੀ ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਆਮ ਸਿੱਧੇ ਤੇ ਆਪਾਂ ਇਹ ਅਰਥ ਕਰਾਂਗੇ, ਰੇਤ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ, ਅੱਕ ਕੌੜਾ, ਆਹਾਰ ਖਾਣਾ, ਰੋੜ ਸਖਤ। ਤੇ ਹੁਣ ਜਦੋਂ ਆਪਾਂ ਇਹਦਾ ਅਰਥ ਕਰਾਂਗੇ ਵੀ ਰੇਤ ਵਰਗਾ ਖੁਸ਼ਕ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਕੀਤੀ? ਮਹਾਰਾਜ ਜੀ ਇਸ ਸਵਾਲ ਤੋਂ ਹੀ ਉੱਪਰ ਉੱਠ ਗਏ। ਵੈਦ ਬੁਲਾਇਆ, ਵੈਦਗੀ ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਨਾ, ਮਹਾਰਾਜ ਦੀ ਜੁਗਤੀ, ਮਹਾਰਾਜ ਦੇ ਉੱਪਰ ਇਹ ਵੀ ਇੱਕ ਸਮਾਂ ਆਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਇਕਾਂਤ ਚੇਤੀ ਹੋ ਗਏ।
ਕਿਸੇ ਦੇ ਨਾਲ ਬਹੁਤਾ ਬੋਲਦੇ ਨਹੀਂ, ਹੱਸਦੇ ਨਹੀਂ, ਤੇ ਆਪਣੇ ਰਸ ਦੇ ਵਿੱਚ ਹੀ ਮਗਨ ਨੇ। ਤੇ ਵੈਦ ਬੁਲਾ ਲਿਆ ਮਾਪਿਆਂ ਨੇ, ਮਾਤਾ ਪਿਤਾ ਨੇ। ਮਾਤਾ ਤ੍ਰਿਪਤਾ ਜੀ ਨੂੰ ਫਿਕਰ ਹੋਇਆ, ਬਾਬਾ ਕਲਿਆਣ ਦਾਸ ਜੀ ਨੂੰ ਫਿਕਰ ਹੋਇਆ, ਬਾਬਾ ਰਾਏ ਬੁਲਾਰ ਜੀ ਨੂੰ ਫਿਕਰ ਹੋਇਆ, ਨਗਰ ਤਲਵੰਡੀਆਂ ਦੇ ਵਾਸੀਆਂ ਨੂੰ ਫਿਕਰ ਹੋਇਆ। ਤੇ ਮਹਾਰਾਜ ਜੀ ਬਾਣੀ ਜਦੋਂ ਆਪਾਂ ਪੜ੍ਹਦੇ 3 ਅਵਸਥਾਵਾਂ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ, ਦਾਨੀ, ਦੀਵਾਨੀ ਤੇ ਮਸਤਾਨੀ। ਜਦੋਂ ਆਪਾਂ ਅਭਿਆਸ ਵਾਲੇ ਪੱਖ ਨੂੰ ਤੁਰਦੇ ਹਾਂ ਤੇ ਜੀਵਨ ਦੇ ਵਿੱਚ ਇਹ ਚੀਜ਼ਾਂ ਵੀ ਵਰਤ ਜਾਂਦੀਆਂ। ਤੇ ਮਹਾਰਾਜ ਜੀ ਤੇ ਅਭਿਆਸ ਹੀ ਸੰਪੂਰਨ ਸੀ, ਕਿਉਂਕਿ ਇੱਕ ਬਾਬਾ। ਇਹ ਜਦੋਂ ਵੀ ਮਹਾਰਾਜ ਦੀ ਵਡਿਆਈ ਕਰਨੀ ਤੇ ਭਾਈ ਗੁਰਦਾਸ ਜੀ ਦੀ ਗੱਲ ਨੂੰ ਸਾਹਮਣੇ ਰੱਖਣਾ। ਆਮ ਅਸੀਂ ਕੀ ਕਰਦੇ ਹਾਂ ਵੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਨਸਾਨੀ ਜਾਮੇ ਦੇ ਵਿੱਚ ਆਪਾਂ ਵਿਖਾ ਦਿੰਦੇ ਹਾਂ ਵੀ ਗੁਰੂ ਨਾਨਕ ਦੇਵ ਮਹਾਰਾਜ ਜਿਵੇਂ ਸਾਡਾ ਜੀਵਨ ਹੈ। ਹਾਂ, ਮਹਾਰਾਜ ਜੀ ਦਾ ਕਾਇਆ ਸਾਡੇ ਵਰਗੀ ਸੀ, ਪਰ ਮਹਾਰਾਜ ਦਾ ਜਿਹੜਾ ਹਿਰਦਾ ਸੀ ਉਹ ਸਾਡੇ ਵਰਗਾ ਨਹੀਂ। ਕਿਹੋ ਜਿਹਾ ਹਿਰਦਾ ਸੀ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਨਾਰਾਇਣ ਕਲਾਧਾਰ, ਜਗ ਮਹਿ ਪ੍ਰਵਰਿਓ। ਸਰਬ ਕਲਾ ਸੰਪੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਤੇ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਮਸਤਾਨੀ ਅਵਸਥਾ ਆ ਗਈ, ਮਾਪਿਆਂ ਨੂੰ ਫਿਕਰ ਹੋਇਆ, ਵੈਦ ਬੁਲਾਇਆ ਗਿਆ। ਵੈਦ ਨੇ ਨਬਜ਼ ਪਕੜੀ ਤੇ ਵੈਦ ਦੀ ਸਮਝ ਦੇ ਵਿੱਚ ਹੀ ਕੋਈ ਗੱਲ ਨਾ ਆਈ, ਕਿਉਂਕਿ ਮਹਾਰਾਜ ਜੀ ਤੇ ਇੱਕ ਹੋਰ ਅਵਸਥਾ ਦੇ ਵਿੱਚ ਜਿਹੜਾ ਸੀ ਵਿਚਰ ਰਹੇ ਸੀ। ਤੇ ਮਹਾਰਾਜ ਜੀ ਨੇ ਉੱਥੇ ਕੀ ਬਚਨ ਕੀਤਾ? ਵੈਦ ਬੁਲਾਇਆ ਵੈਦਗੀ, ਪਕੜ ਟੰਡੂਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਰੀ ਜੀ। ਇੱਥੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਾਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਅਵਸਥਾ ਨੂੰ ਵੇਖ ਕੇ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇੱਕ ਮਾਸੀ ਜੀ ਦਾ ਇਤਿਹਾਸ ਵਿੱਚ ਜ਼ਿਕਰ ਆਇਆ। ਸ਼ਾਇਦ ਆਪ ਜੀ ਨੇ ਇਹ ਵਾਰਤਾ ਕਿਤੇ ਪਹਿਲਾਂ ਇਤਿਹਾਸ ਦੀ ਦਾਸਤਾਨ ਦੇ ਵਿੱਚੋਂ ਸਰਵਣ ਕੀਤੀ ਹੋਏ। ਉਹ ਮਾਸੀ ਦਾ ਜ਼ਿਕਰ ਮਾਸੀ ਲਖੋ ਜੀ ਕਰਕੇ ਆਇਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਸ ਅਵਸਥਾ ਦੇ ਵਿੱਚ, ਇਸ ਰਸ ਦੇ ਵਿੱਚ ਮਗਨ ਸੀ ਤੇ ਮਾਸੀ ਆ ਗਈ, ਮਾਸੀ ਤ੍ਰਿਪਤਾ ਜੀ ਨੂੰ ਮਿਲਣ ਵਾਸਤੇ, ਮਾਤਾ ਜੀ ਨੂੰ ਮਿਲਣ ਵਾਸਤੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦਾ ਢੰਗ ਵੇਖ ਕੇ ਤੇ ਭਰਮ ਵਿੱਚ ਪੈ ਗਈ। ਤੇ ਜਿਵੇਂ ਅਸੀਂ ਘਰਾਂ ਦੇ ਵਿੱਚ ਗੱਲਾਂ ਕਰਦੇ ਹਾਂ ਵੀ ਲੈ ਭੈਣ, ਤੇਰੇ ਘਰ ਵਾਹਿਗੁਰੂ ਨੇ ਇੱਕ ਹੀ ਪੁੱਤ ਦਿੱਤਾ ਤੇ ਇਹਨੂੰ ਵੀ ਆਹ ਰੋਗ ਲੱਗ ਗਿਆ। ਤੇ ਗੋਰੇ ਇਤਿਹਾਸ ਇਹ ਦੱਸਦਾ ਵੀ ਆਪਣੀ ਭੈਣ ਨੂੰ ਜਦੋਂ ਭੈਣ ਲਖੋ ਜੀ ਮਿਲਣ ਆਏ ਸੀ ਮਾਤਾ ਤ੍ਰਿਪਤਾ ਜੀ ਨੂੰ, ਤੇ ਸੋਨੇ ਦੇ ਕੰਗਣ, ਬੜੇ ਕੀਮਤੀ ਕੰਗਣ ਬਣਾ ਕੇ ਲੈ ਆਏ ਤੇ ਬਾਬਾ ਨਾਨਕ ਜੀ ਨੂੰ ਛੋਟੀ ਬਾਲ ਅਵਸਥਾ ਦੇ ਵਿੱਚ ਹੀ ਪਹਿਨਾ ਦਿੱਤੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵੀ ਜੁਗਤ ਦੇ ਰਹੇ ਮਹਾਰਾਜ ਜੀ, ਉਹ ਕੰਗਣ ਪਹਿਰੇ ਤੇ ਬਾਹਰ ਸਾਥੀਆਂ ਨਾਲ ਖੇਡਣ ਵਾਸਤੇ ਗਏ। ਉੱਥੇ ਕੋਈ ਸਾਧੂ ਭੁੱਖੇ ਮਿਲ ਪਏ ਤੇ ਮਹਾਰਾਜ ਜੀ ਨੇ ਉਹ ਕੰਗਣ ਕੀਮਤੀ ਲਾਏ ਤੇ ਉਹਨਾਂ ਨੂੰ ਦੇ ਦਿੱਤੇ। ਕੀ ਕੀਤਾ ਵੀ ਉਹ ਕੰਗਣ ਲਾਏ ਸਾਧ ਸੰਗਤ ਜੀ ਤੇ ਉਹਨਾਂ ਸਾਧੂਆਂ ਨੂੰ ਦੇ ਦਿੱਤੇ। ਹੁਣ ਜਦੋਂ ਘਰ ਪਰਤੇ, ਮਾਤਾ ਜੀ ਨੇ ਵੇਖਿਆ ਹੱਥ ਸੁੰਨੇ, ਮਾਸੀ ਨੇ ਵੇਖਿਆ ਹੱਥ ਸੁੰਨੇ, ਤੇ ਇੱਕ ਬੜਾ ਨਵੇਕਲਾ ਜਿਹਾ ਬਚਨ ਭੈਣ ਦੇ ਨਾਲ ਗੱਲ ਕਰਦਿਆਂ ਕਰਦਿਆਂ ਕਹਿੰਦੀ, ਭੈਣ ਮੈਂ ਤੈਨੂੰ ਇੱਕ ਗੱਲ ਕਹਾਂ, ਤੇਰੇ ਪੁੱਤਰ ਦੀ ਹਾਲਤ ਠੀਕ ਨਹੀਂ। ਜੋ ਕਹਿਣਾ ਚਾਹੁੰਦੀ ਸੀ ਮੈਂ ਤੁਹਾਡੇ ਅੱਗੇ ਰੱਖ ਰਿਹਾ ਵੀ ਤੇਰੇ ਪੁੱਤਰ ਦੀ ਹਾਲਤ ਠੀਕ ਨਹੀਂ। ਮੈਨੂੰ ਤੇ ਇਹ ਨਾ ਦੀਵਾਨਾ ਮਸਤਾਨਾ ਜਿਹਾ ਲੱਗਦਾ ਵੀ ਤੇਰਾ ਪੁੱਤਰ ਮੈਨੂੰ ਮਸਤਾਨਾ ਜਿਹਾ ਲੱਗਦਾ। ਤੇ ਮਹਾਰਾਜ ਜੀ ਮੁਸਕਰਾਏ ਤੇ ਮੁਸਕਰਾ ਕੇ ਸਾਧ ਸੰਗਤ ਜੀ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਾਸੀ ਦਾ ਪੁੱਤਰ ਹੈ, ਮਹਾਰਾਜ ਉਹਦੇ ਵੱਲ ਇਸ਼ਾਰਾ ਕੀਤਾ ਵੀ ਮਾਸੀ ਤੂੰ ਤੇ ਮੈਨੂੰ ਦੀਵਾਨਾ ਮਸਤਾਨਾ ਕਹਿ ਰਹੀ ਹੈ ਨਾ, ਤੇਰੇ ਘਰ ਜਿਹੜਾ ਪੈਦਾ ਹੋਇਆ ਇਹਨੇ ਮੇਰੇ ਤੋਂ ਵੀ ਵੱਡਾ ਮਸਤਾਨਾ ਤੇ ਵੱਡਾ ਦੀਵਾਨਾ ਬਣਨਾ। ਉਹ ਬਾਬਾ ਰਾਮ ਥੰਮਣ ਜੀ ਹੋਏ ਨੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਕੇ ਮਾਸੀ ਦੇ ਪੁੱਤਰ ਨੇ। ਸਾਧ ਸੰਗਤ ਜੀ, ਤੁਸੀਂ ਬਾਬਾ ਰਾਮ ਥੰਮਣ ਜੀ ਦਾ ਸਥਾਨ ਵੇਖਣਾ ਹੋਵੇ ਸੋਸ਼ਲ ਮੀਡੀਆ ਦੇ ਉੱਪਰ, ਕਿਉਂਕਿ ਹੁਣ ਜਾ ਨਹੀਂ ਸਕਦੇ, ਗੂਗਲ ਦੇ ਵਿੱਚ ਸਰਚ ਕਰ ਲਿਓ। ਇਹਨਾਂ ਦਾ ਸਥਾਨ ਜਿੱਥੇ ਆਮ ਉਦਾਸੀ ਮਹਾਤਮਾ ਜਾ ਕੇ ਸਜਦਾ ਕਰਦੇ ਸੀ। ਮਾਘ ਦਾ ਮਹੀਨਾ, ਇੱਥੇ ਬੜੀ ਮਾਘੀ ਦਾ ਮੇਲਾ ਬੜੀ ਵੱਡੀ ਜਗ੍ਹਾ ਤੇ ਮਨਾਇਆ ਜਾਂਦਾ ਸੀ ਬਾਬਾ ਰਾਮ ਥੰਮਣ ਜੀ ਦੇ ਅਸਥਾਨ ਤੇ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਬਚਨ ਕਰਤਾ ਵੀ ਮੇਰੇ ਨਾਲੋਂ ਵੀ ਵੱਡਾ ਹੋਏਗਾ। ਉਹ ਇਹਨਾਂ ਦੀ ਫਕੀਰੀ ਦੇ ਵਿੱਚ ਇੰਨੇ ਕਾਮਲ ਹੋਏ, ਬੜਾ ਨਾਮ ਨਾਲ ਉਹਨਾਂ ਨੇ ਖੱਟਿਆ। ਇਹ ਵੀ ਚੀਜ਼ਾਂ ਜੀਵਨ ਦੇ ਵਿੱਚ ਵਿਚਰ ਜਾਂਦੀਆਂ ਤੇ ਮਹਾਰਾਜ ਜੀ ਨੇ ਸਾਨੂੰ ਇਹ ਚੀਜ਼ਾਂ ਸਾਹਮਣਾ ਕਰਨ ਦੀ ਦ੍ਰਿੜਤਾ, ਪ੍ਰੋੜਤਾ ਬਾਣੀ ਵਿੱਚੋਂ ਜੁਗਤ ਦੇ ਕੇ ਸਾਧ ਸੰਗਤ ਜੀ ਸਮਝਾਇਆ। ਮੈਂ ਤਾਂ ਨਾਲ ਇਤਿਹਾਸ ਵਾਲਾ ਪੱਖ ਲਿਆ ਵੀ ਗੁਰੂ ਦਾ ਆਸ਼ਾ ਜਿਹੜਾ ਹੈ
ਸਾਨੂੰ ਸਮਝ ਪੈ ਸਕੇ ਵੀ ਮਹਾਰਾਜ ਜੀ ਨੇ ਸਾਨੂੰ ਬਾਣੀ ਵਿੱਚ ਕੀ ਸਿੱਖਿਆ ਪ੍ਰਦਾਨ ਕੀਤੀ ਹੈ। ਅਸੀਂ ਗੁਰੂ ਮਹਾਰਾਜ ਜੀ ਦੇ ਕੋਲੋਂ ਕਿਵੇਂ ਦਾ ਜੀਵਨ ਸਿੱਖਣ ਵਾਸਤੇ ਆਏ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਰਸਾ ਕਿੱਡਾ ਅਨਮੋਲ ਹੈ। ਸਤਿਗੁਰੂ ਗੁਰੂ ਬਾਬੇ ਦੀ ਬਾਣੀ ਵਿੱਚ ਕਿੰਨੀ ਤਾਕਤ ਹੈ। ਸਾਧ ਸੰਗਤ ਜੀ, ਇੱਕ ਸਮਾਂ ਸਮਾਪਤ ਹੋ ਰਿਹਾ। ਇੱਕ ਮੈਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਜੁਗਤ ਜਿਹੜੀ ਅੱਜ ਦੂਸਰਿਆਂ ਨੇ ਤੇ ਸੰਭਾਲ ਕੇ ਰੱਖੀ ਹੋਈ ਹੈ। ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ, ਜਿਹੜੀ ਚੀਜ਼ ਸਾਡੇ ਘਰਾਂ ਵਿੱਚੋਂ ਖਾਸ ਕਰਕੇ ਲੋਪ ਹੁੰਦੀ ਜਾ ਰਹੀ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੋਏ ਨੇ, ਬੜਾ ਵੱਡਾ ਵਿਦਵਾਨ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੋਈ ਫ੍ਰੀ ਟਰੈਕਟ ਮਿਲਦਾ ਹੈ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਦਾ, ਜਿਹੜਾ ਉਹ ਫ੍ਰੀ ਲਿਟਰੇਚਰ ਦੇ ਰਿਹਾ, ਉਹਦੇ ਵਿੱਚ ਫ੍ਰੀ ਪੁਸਤਕ ਹੈ। ਆਮ ਅੱਜ ਸਾਡੇ ਨਾ ਜੀਵਨ ਦੇ ਵਿੱਚੋਂ ਇਹ ਵੀ ਚੀਜ਼ ਗੁਰੂ ਨਾਨਕ ਦੇਵ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਜੀਵਨ ਕਾਲ ਜੀਵਨ ਇਤਿਹਾਸ ਨੂੰ ਪੜ੍ਹਾਂਗੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੀ ਖਿੱਤੇ ਵਿੱਚ ਗਏ ਨੇ, ਜੇ ਗੁਰੂ ਨਾਨਕ ਦੇਵ ਮਹਾਰਾਜ ਅਰਬ ਵਿੱਚ ਗਏ ਨੇ ਤੇ ਪਹਿਲਾਂ ਉਹਨਾਂ ਦੀ ਭਾਸ਼ਾ ਸਿੱਖੀ ਹੈ। ਹੁਣ ਉੱਥੇ ਕਾਜੀ ਰੁਕਨਦੀਨ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫਾਰਸੀ ਔਰ ਅਰਬ ਦੇ ਵਿੱਚ ਵਿਚਾਰ ਚਰਚਾ ਹੋ ਰਹੀ। ਉਹ ਫਾਰਸੀ ਤੇ ਅਰਬੀ ਵਿੱਚ ਪੁੱਛਦਾ ਹੈ ਤੇ ਮਹਾਰਾਜ ਜੀ ਅਰਬੀ ਵਿੱਚ ਉੱਤਰ ਦਿੰਦੇ ਆ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੱਬਤ ਵਾਲੇ ਪਾਸੇ ਲੱਗ ਗਏ ਨੇ, ਜਿੱਥੇ ਅੱਜ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੂਜਾ ਪ੍ਰਤਿਸ਼ਠਾ ਹੋ ਰਹੀ, ਭਾਵੇਂ ਉਹਨਾਂ ਦਾ ਰੂਪ ਆਪਣਾ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਚਾਈਨਾ ਦੇ ਖਿੱਤੇ ਵਿੱਚ ਗਏ ਨੇ। ਨਾਨਕ ਲਾਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਪ੍ਰਸਿੱਧ ਹੈ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਭਾਸ਼ਾ ਵਿੱਚ ਹੀ ਉਹਨਾਂ ਨੂੰ ਉਪਦੇਸ਼ ਦਿੱਤਾ। ਬੜਾ ਵੱਡਾ ਗਿਆਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸੀ। ਅਸੀਂ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਜਿਹੜਾ ਭੁੱਲਦੇ ਜਾ ਰਹੇ ਹਾਂ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਬਤ ਬੜੇ ਬੇਸ਼ਕੀਮਤੀ ਜਿਹੜੇ ਲਫ਼ਜ਼ ਨੇ ਉਹ ਆਪਣੀ ਉਹਨਾਂ ਰਸਨਾ ਤੋਂ ਵਰਤੇ ਨੇ। ਕਹਿੰਦੇ ਵੀ ਜਦੋਂ ਵੀ ਉਹ ਦਰਬਾਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਆਉਂਦੇ ਸੀ ਨਾ, ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ, ਤੇ ਗੁਰੂ ਦੀਆਂ ਸੰਗਤਾਂ ਨਮਸਕਾਰ ਕਰਦੀਆਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ। ਆਪਾਂ ਹਰ ਰੋਜ਼ ਮਹਾਰਾਜ ਜੀ ਦੇ ਦਰਸ਼ਨ ਇਸ਼ਨਾਨ ਮੰਗਦੇ ਹਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਮਹਾਰਾਜ ਜੀ ਇਹਨਾਂ ਦੀ ਦਾਤ ਸਿੱਖਾਂ ਨੂੰ ਬਖਸ਼ਿਸ਼ ਕਰੋ। ਰਾਮਦਾਸ ਸਰੋਵਰ ਨਾਤੇ ਡਿੱਠੇ ਸਭੀ ਥਾਵ ਨਹੀਂ ਤੁਧ ਜਿਹਿਆ, ਬੱਦੋ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਤੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਜਦੋਂ ਵੀ ਸ਼੍ਰੀ ਦਰਬਾਰ ਸਾਹਿਬ ਆਉਂਦੇ ਸੀ ਨਾ ਜੀ, ਉਹ ਐ ਹੱਥ ਜੋੜੇ ਹੁੰਦੇ। ਜਿਹੜਾ ਕੋਈ ਸਿੱਖ ਮਿਲ ਜਾਂਦਾ ਉਹਨੂੰ ਨਮਸਕਾਰ ਕਰਦੇ ਤੇ ਉਹਨੂੰ ਖਿਲਾਰ ਕੇ ਪੁੱਛਦੇ। ਉਹ ਬੋਲਦੇ ਹਿੰਦੀ ਵਿੱਚ ਸੀ, ਮੈਂ ਪੰਜਾਬੀ ਵਿੱਚ ਤੁਹਾਨੂੰ ਬੇਨਤੀ ਕਰਨ ਲੱਗਾ ਵੀ ਤੂੰ ਗੁਰੂ ਨਾਨਕ ਦਾ ਸਿੱਖ ਹੈ? ਉਹਨਾਂ ਕਹਿਣਾ ਵੀ ਹਾਂ। ਜਪਜੀ ਸਾਹਿਬ ਦਾ ਪਾਠ ਕੰਠ ਹੈ? ਤੇ ਜੇ ਉਹਨਾਂ ਕੋਲ ਸਿੱਖ ਨੇ ਜਵਾਬ ਦੇਣਾ ਵੀ ਨਹੀਂ, ਮੈਂ ਜਪਜੀ ਸਾਹਿਬ ਦਾ ਪਾਠ ਨਹੀਂ ਕੰਠ ਕੀਤਾ, ਉਹਨਾਂ ਕਿਹਾ ਫਿਰ ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੈ। ਫਿਰ ਦੂਸਰੇ ਨੂੰ ਰੋਕ ਕੇ ਪੁੱਛਣਾ, ਤੂੰ ਗੁਰੂ ਨਾਨਕ ਦਾ ਸਿੱਖ ਹੈ? ਉਹਨਾਂ ਕਹਿਣਾ ਵੀ ਹਾਂ, ਗੁਰੂ ਨਾਨਕ ਦਾ ਸਿੱਖ ਹੈ। ਜਪਜੀ ਸਾਹਿਬ ਦਾ ਪਾਠ ਕੰਠ ਹੈ? ਜੇ ਤੇ ਉਹਨਾਂ ਅੱਗੋਂ ਜਵਾਬ ਦੇ ਦੇਣਾ ਵੀ ਹਾਂ ਕੰਠ ਹੈ, ਤੇ ਉਹਨਾਂ ਉਹਦੇ ਪੈਰ ਚਰਨਾਂ ਤੱਕ ਨਮਸਕਾਰ ਕਰਕੇ ਜਾਣੀ ਵੀ ਤੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਦਾ ਪਾਠ ਕਰਦਾ। ਤੇ ਜੀਵਨ ਦੇ ਅੰਤ ਪਰਯੰਤ ਤੱਕ ਕਿ ਉਹਨਾਂ ਨੇਮ ਨਿਭਾਇਆ ਸੀ ਜਪਜੀ ਸਾਹਿਬ ਜੀ ਦੇ ਪਾਠ ਦਾ। ਤੇ ਅੱਜ ਅਸੀਂ ਆਪਣੇ ਘਰਾਂ ਵੱਲ ਵੇਖ ਲਈਏ, ਸਾਡੇ ਬੱਚਿਆਂ ਨੂੰ ਅਸੀਂ ਕਹਿ ਰਹੇ ਵੀ ਸਾਡੇ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੜਾ ਵੱਡਾ ਬੋਝ ਹੈ ਜੀ। ਪੜ੍ਹਨਾ ਚਾਹੀਦਾ ਹੈ। ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਵਕੀਲ ਬਣਾਓ, ਡਾਕਟਰ ਬਣਾਓ, ਇੰਜੀਨੀਅਰ ਬਣਾਓ, ਕਿਸੇ ਖਿੱਤੇ ਵਿੱਚ ਭੇਜੋ, ਪਰ ਸਭ ਤੋਂ ਵੱਡੀ ਦਾਤ ਗੁਰੂ ਕੀ ਸਿੱਖੀ ਦੀ ਹੈ। ਜੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਵੀ ਸੰਭਾਲ ਕੇ ਰੱਖਾਂਗੇ, ਸਾਡਾ ਲੋਕ ਵੀ ਸਵਰੇਗਾ ਤੇ ਪਰਲੋਕ ਵੀ ਸਵਰੇਗਾ। ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਜੁਗਤ ਹੈ। ਸਾਧ ਸੰਗਤ ਜੀ, ਮੈਂ ਹੁਣ ਅਖੀਰ ਦੇ ਵਿੱਚ ਤੁਹਾਨੂੰ ਇੱਕ ਬੇਨਤੀ ਲੱਗਾ ਕਰਨ ਵੀ ਇਹ ਚੀਜ਼ ਦੀ ਦਾਤ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦਿੱਤੀ ਸੀ, ਉਹ ਦੂਸਰੇ ਧਰਮਾਂ ਵਾਲਿਆਂ ਨੇ ਸੰਭਾਲ ਕੇ ਰੱਖੀ ਹੋਈ ਹੈ, ਪਰ ਅਸੀਂ ਇਹ ਦਾਤ ਹੌਲੀ ਹੌਲੀ ਵਿਸਾਰਦੇ ਜਾ ਰਹੇ ਹਾਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਗਦਾਦ ਗਏ ਨਾ, ਉੱਥੇ ਇੱਕ ਕੂਫਾ ਸ਼ਹਿਰ ਹੈ, ਕੂਫਾ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਵੀ ਅਸਥਾਨ ਬਣਿਆ। ਗੁਰੂ ਨਾਨਕ ਦੇਵ ਮਹਾਰਾਜ ਦੀ ਉੱਥੇ ਪੂਜਾ ਹੋ ਰਹੀ। ਉਹ ਕਹਿੰਦੇ ਨਾਨਕ ਸ਼ਾਹ ਕਲੰਦਰ, ਉਹਨਾਂ ਗੁਰੂ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਿਬ ਕਹਿੰਦੇ ਆ। ਉੱਥੋਂ ਦੇ ਵਸਨੀਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਰੱਖਿਆ, ਅਰਬੀ ਵਿੱਚ ਉਹ ਕਹਿੰਦੇ ਨਾਨਕ ਸ਼ਾਹ ਕਲੰਦਰ, ਤੇ ਮਕਬਰਾ ਬਣਿਆ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸੰਬੰਧਿਤ। ਤੇ ਗਿਆਨੀ ਗਿਆਨ ਸਿੰਘ ਜੀ ਜਿਹੜੇ ਸਾਡੇ ਇਤਿਹਾਸਕਾਰ ਹੋਏ ਸਾਧ ਸੰਗਤ ਜੀ, ਉਹ ਉੱਥੇ ਜਦੋਂ ਗਏ ਨਾ ਕੂਫਾ ਸ਼ਹਿਰ ਦੇ ਵਿੱਚ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ 1539 ਦੇ ਵਿੱਚ ਸੰਸਾਰ ਦੇ ਵਿੱਚੋਂ ਆਪਣੀ ਕਾਇਆ ਜਿਹੜੀ ਸੀ
ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਜੋਤੀ ਜੋਤ ਸਮਾ ਗਏ ਤੇ ਗਿਆਨੀ ਗਿਆਨ ਸਿੰਘ ਜੀ 4 ਸਦੀਆਂ ਬਾਅਦ ਗਏ। ਤੋ ਇਸ ਅਸਥਾਨ ਤੇ ਜਦੋਂ ਮਕਬਰੇ ਦੇ ਦਰਸ਼ਨ ਕੀਤੇ ਤੇ ਜਿਹੜੇ ਉੱਥੋਂ ਦੀ ਸੇਵਾ ਸੰਭਾਲ ਕਰ ਰਹੇ ਸੀ ਉਹਨਾਂ ਕੇਸ ਦਾੜੀ ਰੱਖੇ ਹੋਏ ਸੀ ਤੇ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੂੰ ਪੁੱਛਿਆ ਵੀ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸੀ। ਉਹਨਾਂ ਬੜੇ ਫਕਰ ਦੇ ਨਾਲ ਕਿਹਾ, ਪੈਰਾਂ ਤੋਂ ਜੋੜਾ ਉਤਾਰ ਲਿਆ ਵੀ ਸਾਡੇ ਬੜੇ ਵੱਡੇ ਭਾਗ, ਸਾਡੇ ਵੱਡੇ ਵਡੇਰਿਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਜ਼ਮਤ ਵਡਿਆਈ ਸਿੱਖਿਆ ਪ੍ਰਾਪਤ ਹੋਈ। ਤੇ ਗਿਆਨੀ ਗਿਆਨ ਸਿੰਘ ਜੀ ਨੇ ਕਿਹਾ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਕੋਈ ਸਿੱਖਿਆ ਦਾ ਹਵਾਲਾ ਦਿਓ। ਕਹਿੰਦੇ ਵੀ ਉਹਨਾਂ ਦੇ ਬਜ਼ੁਰਗ ਘਰ ਦੇ ਵਿੱਚ ਗਏ, ਇੱਕ ਬੜੀ ਪੁਰਾਣੀ ਪੋਥੀ ਸਾਹਿਬ ਬੜੇ ਸਤਿਕਾਰ ਦੇ ਨਾਲ ਸਿਰ ਤੇ ਰੱਖ ਕੇ ਲਿਆਏ। ਉਹ ਅਰਬੀ ਉਸ ਇਲਾਕੇ ਦੀ ਜਿਹੜੀ ਬੜੀ ਕੀਮਤੀ ਅਰਬੀ ਸੀ ਉਹਦੇ ਵਿੱਚ ਸੀ। ਗਿਆਨੀ ਗਿਆਨ ਸਿੰਘ ਕਹਿੰਦੇ ਵੀ ਮੇਰੇ ਕੋਲ ਪੜ੍ਹੀ ਨਾ ਗਈ, ਕਹਿੰਦੇ ਮੈਂ ਪੜ੍ਹ ਕੇ ਸੁਣਾਓ। ਕਹਿੰਦੇ ਨਾ ਵੀ ਅਰਬੀ ਪੜ੍ਹਨੀ ਸ਼ੁਰੂ ਕੀਤੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੜ੍ਹਦਿਆਂ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਪਜੀ ਸਾਹਿਬ ਦਾ ਤਰਜਮਾ ਮਹਾਰਾਜ ਜੀ ਨੇ ਅਰਬੀ ਭਾਸ਼ਾ ਦੇ ਵਿੱਚ ਉਹਨਾਂ ਨੂੰ ਕਰਕੇ ਦਿੱਤਾ। ਉਹ ਕਹਿੰਦੇ ਵੀ ਅਸੀਂ ਅੱਜ ਤੱਕ ਸੰਭਾਲ ਕੇ ਰੱਖਿਆ। ਸਾਡੇ ਘਰ ਦੇ ਵਿੱਚ ਜਿੰਨੇ ਵੀ ਸਾਡੇ ਵੰਸ਼ਜ ਨੇ, ਔਲਾਦ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਕਲਾਮ, ਉਹ ਕਲਾਮ ਸ਼ਬਦ ਵਰਦੇ ਆ, ਸਾਰਿਆਂ ਨੂੰ ਕੰਠ ਹੈ। ਤੇ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਆਏ ਹਾਂ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ ਜਿਹੜੀ ਤੁਹਾਡੇ ਹਿਰਦੇ ਵਿੱਚੋਂ ਪ੍ਰਗਟ ਹੋਈ ਬਾਣੀ ਹੈ, ਅਸੀਂ ਉਹਨਾਂ ਨੂੰ ਉਸ ਬਾਣੀ ਦੇ ਘਰਾਂ ਵਿੱਚ ਧਾਰਨੀ ਹੋ ਸਕੀਏ, ਸਾਡੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ। ਬਾਣੀ ਗੁਰੂ ਦੇ ਨਾਲ ਜੁੜ ਕੇ ਸਾਡਾ ਲੋਕ ਵੀ ਸਵਰ ਜੇ ਤੇ ਪਰਲੋਕ ਵੀ ਸਵਰ ਜੇ। ਬਾਬਾ ਲਾਲੂ ਜੀ ਨੇ ਕਿਹਾ ਸੀ, ਬਾਬਾ ਤੇਰੀ ਬਾਣੀ ਬੜੀ ਮਿੱਠੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀ ਵੜਿਆ ਵਰਨਾ ਕੋਏ। ਗੁਰੂ ਮਹਾਰਾਜ ਜੀ ਦੀ ਬਾਣੀ ਦੀ ਧਾਰਨੀ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਆਪਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਬਾਣੀ ਦੀ ਦਾਤ ਸਾਨੂੰ ਬਖਸ਼ੋ, ਬਾਣੀ ਦੀ ਦਾਤ ਬਖਸ਼ੋ। ਬਾਣੀ ਨਾਲ ਜੁੜ ਕੇ ਅਸੀਂ ਆਪਣਾ ਲੋਕ ਵੀ ਸਵਾਰ ਸਕੀਏ, ਪਰਲੋਕ ਵੀ ਸਵਾਰ ਸਕੀਏ। ਇਹ ਜਿਹੜੀ ਤੁਹਾਡੀ ਮਹਾਰਾਜ ਫੁਲਵਾੜੀ ਹੈ, ਇਹ ਬਾਣੀ ਦੇ ਨਾਲ ਹੋਰ ਮੈਂ ਕਿ ਬੜੀ ਖੁਸ਼ੀ ਹੋਈ। ਛੋਟੇ ਛੋਟੇ ਬੱਚੇ ਗੁਰੂ ਕੀ ਬਾਣੀ ਦਾ ਕੀਰਤਨ ਕਰ ਰਹੇ ਸੀ, ਗੁਰੂ ਕੀ ਵਡਿਆਈ ਵਿਚਾਰ ਰਹੇ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮਿਹਰਾਮਦ ਕਰਨ, ਹੋਰ ਕਿਰਪਾ ਕਰਨ। ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਗੁਰੂ ਕੇ ਜੀਵਨ ਦੀ ਵਿਚਾਰ ਕਰਦੇ ਹਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਤਰੁੱਟੀਆਂ ਅਣਜਾਣ ਸਮਝ ਕੇ ਮੁਆਫੀ ਬਖਸ਼ਿਸ਼ ਕਰਨੀ। ਸ਼ਬਦ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ ਜੀ। ਭੁੱਲ ਚੁੱਕ ਦੀ क्षमा। ਅੰਤ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ